प्रभु एक ਨੂੰ ਬਚਾਉਣ ਦੇ ਲਈ ਇਹ ਕੰਮ ਕਰ ਸਕਦਾ। ਕੀ ਪਤਾ ਕਿਸ ਵੇਲੇ ਉਸ ਵਿਚਾਰੀ ਨੇ ਪ੍ਰਭੂ ਦੇ ਨੂੰ ਪੁਕਾਰਿਆ ਹੋਊਗਾ, ਜਦੋਂ ਉਸਨੂੰ ਪ੍ਰੋਸਟੀਟਿਊਟ ਕਿਸੇ ਨੇ ਬਣਾਇਆ ਹੋਏਗਾ, ਰੋਈ ਹੋਏਗੀ ਪ੍ਰਭੂ ਦੇ। ਜੇ ਤੂੰ ਕੋਈ ਜਿਉਂਦਾ ਪ੍ਰਭੂ ਹੈ ਇਸ ਦੁਨੀਆ ਦੇ ਵਿੱਚ, ਜਿਹੜੀ ਮੇਰੀ ਸੁਣੇ। ਪਰ ਪ੍ਰਭੂ ਨੇ ਸੁਣੀ ਉਸਦੀ। ਇੱਕ ਨੂੰ ਬਚਾਉਣ ਦੇ ਲਈ, ਇੱਕ ਨੂੰ ਬਚਾਉਣ ਦੇ ਲਈ ਪ੍ਰਭੂ ਨੇ ਆਪਣੇ 2 ਜਾਨ ਉੱਥੇ ਕਰ। ਇਹ ਹੈ ਸਾਡੇ ਪ੍ਰਭੂ ਦੀ ਮਹਾਨਤਾ। ਪ੍ਰਭੂ ਯਿਸੂ ਮਸੀਹ ਨੇ ਵੀ ਕੀਤਾ। ਮੇਰੇ ਨਾਲ ਮਰਕਸ ਦੇ ਵਿੱਚ ਆ ਜਾਓ। ਉਸ ਦਾ 5ਵਾਂ ਭਾਗ, ਮਰਕਸ ਦਾ 5ਵਾਂ ਭਾਗ, ਨਵੇਂ ਨਿਯਮ ਦਾ 68 ਪੰਨਾ, ਉਸਦੀ 1 ਆਇਤ ਤੋਂ ਲੈ ਕੇ ਅਸੀਂ 20 ਆਇਤ ਤੱਕ ਦੇਖਾਂ। ਠੀਕ ਹੈ ਜੀ? ਪੰਜਵਾਂ ਭਾਗ ਪਾਸਟਰ ਜੀ। ਹਾਂਜੀ, ਗੋ ਅਹੈਡ। 1 ਤੋਂ ਕਿੰਨਾ ਕਿਹਾ ਤੁਸੀਂ? 1 ਤੋਂ ਲੈ ਕੇ 20 ਆਇਤ ਤੱਕ। 20 ਆਇਤ ਤੱਕ, ਠੀਕ ਹੈ। ਕਿੰਨਾ ਹੈਗਾ ਇਹ? 68 ਪੰਨਾ ਨਵੇਂ ਨਿਯਮ ਦਾ। ਮਮ ਪ੍ਰਭੂ ਯਿਸੂ ਦਾ ਇੱਕ ਆਦਮੀ ਵਿੱਚੋਂ ਅਸ਼ੁੱਧ ਆਤਮਾਵਾਂ ਨੂੰ ਕੱਢਣਾ। ਉਹ ਝੀਲ ਦੇ ਦੂਜੇ ਪਾਸੇ ਗਰਸੇਨੀਆਂ ਦੇ ਇਲਾਕੇ ਵਿੱਚ ਪਹੁੰਚ ਗਏ। ਯਿਸੂ ਅਜੇ ਬੇੜੀ ਵਿੱਚੋਂ ਬਾਹਰ ਹੀ ਆਏ ਸਨ ਕਿ ਇੱਕ ਆਦਮੀ, ਜਿਸ ਨੂੰ ਅਸ਼ੁੱਧ ਆਤਮਾ ਚੰਬੜੀ ਹੋਈ ਸੀ, ਕਬਰਾਂ ਵਿੱਚੋਂ ਨਿਕਲ ਕੇ ਉਹਨਾਂ ਨੂੰ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਸੀ। ਉਸ ਨੂੰ ਲੋਕੀ ਸੰਗਲਾਂ ਦੇ ਨਾਲ ਵੀ ਨਹੀਂ ਬੰਨ੍ਹ ਸਕਦੇ ਸਨ। ਕਈ ਵਾਰੀ ਉਸ ਨੂੰ ਬੇੜੀਆਂ ਪਾਈਆਂ ਗਈਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ, ਪਰ ਉਸਨੇ ਹਰ ਵਾਰ ਸੰਗਲਾਂ ਨੂੰ ਤੋੜ ਦਿੱਤਾ ਅਤੇ ਬੇੜੀਆਂ ਨੂੰ ਟੋਟੇ-ਟੋਟੇ ਕਰ ਦਿੱਤਾ ਸੀ। ਕਿਸੇ ਵਿੱਚ ਵੀ ਇੰਨੀ ਤਾਕਤ ਨਹੀਂ ਸੀ ਕਿ ਉਸ ਨੂੰ ਕਾਬੂ ਵਿੱਚ ਰੱਖ ਸਕੇ। ਉਹ ਸਦਾ ਰਾਤ ਦਿਨ ਕਬਰਾਂ ਅਤੇ ਪਹਾੜਾਂ ਵਿੱਚ ਫਿਰਦਾ, ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ। ਉਹ ਯਿਸੂ ਨੂੰ ਦੂਰ ਤੋਂ ਹੀ ਦੇਖ ਕੇ ਦੌੜਿਆ ਅਤੇ ਆ ਕੇ ਉਹਨਾਂ ਦੇ ਪੈਰੀਂ ਪੈ ਕੇ ਬੋਲਿਆ, ਮਹਾਨ ਪਰਮੇਸ਼ਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਲੈਣ ਦੇਣ ਹੈ? ਮੈਂ ਪਰਮੇਸ਼ਵਰ ਦੇ ਨਾਂ ਦਾ ਵਾਸਤਾ ਪਾ ਕੇ ਕਹਿੰਦਾ ਹਾਂ, ਮੈਨੂੰ ਦੁਖੀ ਨਾ ਕਰੋ। ਉਸਨੇ ਇਹ ਕਿਹਾ ਕਿਉਂਕਿ ਯਿਸੂ ਉਸਨੂੰ ਹੁਕਮ ਦੇ ਰਹੇ ਸਨ ਕਿ ਉਹ ਉਸ ਆਦਮੀ ਵਿੱਚੋਂ ਨਿਕਲ ਜਾਵੇ। ਫਿਰ ਯਿਸੂ ਨੇ ਉਸ ਤੋਂ ਪੁੱਛਿਆ, ਤੇਰਾ ਨਾਂ ਕੀ ਹੈ? ਉਸਨੇ ਉੱਤਰ ਦਿੱਤਾ, ਲਸ਼ਕਰ, ਕਿਉਂਕਿ ਅਸੀਂ ਬਹੁਤ ਹਾਂ। ਉਸਨੇ ਗਿੜਗਿੜਾ ਕੇ ਯਿਸੂ ਅੱਗੇ ਬੇਨਤੀ ਕੀਤੀ, ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਕੱਲੋ। ਉਸ ਵੇਲੇ ਲਾਗੇ ਹੀ ਪਹਾੜ ਦੀ ਢਲਾਨ ਉੱਤੇ ਇੱਕ ਸੂਰਾਂ ਦਾ ਵੱਡਾ ਇੱਜੜ ਚੁਗ ਰਿਹਾ ਸੀ। ਅਸ਼ੁੱਧ ਆਤਮਾ ਨੇ ਯਿਸੂ ਅੱਗੇ ਬੇਨਤੀ ਕੀਤੀ, ਸਾਨੂੰ ਸੂਰਾਂ ਦੇ ਵਿੱਚ ਜਾਣ ਦੀ ਆਗਿਆ ਦਿਓ ਤਾਂ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ। ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ। ਇਸ ਲਈ ਅਸ਼ੁੱਧ ਆਤਮਾਵਾਂ ਉਸ ਆਦਮੀ ਵਿੱਚੋਂ ਨਿਕਲ ਕੇ ਉਹਨਾਂ ਸੂਰਾਂ ਨੂੰ ਜਾ ਚਿੰਬੜੀਆਂ ਅਤੇ ਉਹ ਇੱਜੜ, ਜਿਹੜਾ ਕੋਈ 2000 ਦੀ ਗਿਣਤੀ ਵਿੱਚ ਸੀ, ਢਲਾਨ ਉੱਤੋਂ ਝੀਲ ਵੱਲ ਨੂੰ ਦੌੜਿਆ ਅਤੇ ਉਸ ਵਿੱਚ ਡੁੱਬ ਕੇ ਮਰ ਗਿਆ। ਇਹ ਦੇਖ ਕੇ ਚਰਵਾਹੇ ਉੱਥੋਂ ਦੌੜੇ ਅਤੇ ਪਿੰਡਾਂ ਤੇ ਨਗਰਾਂ ਵਿੱਚ ਜਾ ਕੇ ਇਸ ਘਟਨਾ ਬਾਰੇ ਲੋਕਾਂ ਨੂੰ ਦੱਸਿਆ। ਲੋਕੀ ਇਹ ਦੇਖਣ ਲਈ ਪਿੰਡਾਂ ਅਤੇ ਨਗਰਾਂ ਤੋਂ ਬਾਹਰ ਆਏ। ਉਹ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ, ਜਿਸ ਨੂੰ ਅਸ਼ੁੱਧ ਆਤਮਾਵਾਂ ਦਾ ਲਸ਼ਕਰ ਚਿੰਬੜਿਆ ਸੀ, ਕੱਪੜੇ ਪਾਏ ਹੋਏ ਅਤੇ ਹੋਸ਼ ਸੰਭਾਲੇ ਉੱਥੇ ਬੈਠਾ ਦੇਖਿਆ। ਲੋਕ ਬਹੁਤ ਡਰ ਗਏ। ਉਹ ਜਿਨ੍ਹਾਂ ਨੇ ਇਹ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ ਸੀ, ਉਹਨਾਂ ਲੋਕਾਂ ਨੂੰ ਦੱਸਿਆ ਕਿ ਉਹ ਆਦਮੀ, ਜਿਸ ਦੇ ਵਿੱਚ ਅਸ਼ੁੱਧ ਆਤਮਾਵਾਂ ਸਨ, ਕਿਸ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਸੂਰਾਂ ਦੇ ਨਾਲ ਕੀ ਵਾਪਰਿਆ। ਇਸ ਲਈ ਉਹ ਸਾਰੇ ਲੋਕੀ ਯਿਸੂ ਅੱਗੇ ਬੇਨਤੀ ਕਰਨ ਲੱਗੇ ਕਿ ਸਾਡੇ ਇਲਾਕੇ ਵਿੱਚੋਂ ਚਲੇ ਜਾਓ। ਜਦੋਂ ਉਹ ਬੇੜੀ ਵਿੱਚ ਚੜ ਰਹੇ ਸਨ ਤਾਂ ਉਹ ਆਦਮੀ, ਜਿਸ ਨੂੰ ਅਸ਼ੁੱਧ ਆਤਮਾਵਾਂ ਚੰਬੜੀਆਂ ਹੋਈਆਂ ਸਨ, ਯਿਸੂ ਅੱਗੇ ਬੇਨਤੀ ਕਰਨ ਲੱਗਾ, ਮੈਨੂੰ ਵੀ ਆਪਣੇ ਨਾਲ ਲੈ ਚੱਲੋ। ਪਰ ਯਿਸੂ ਨੇ ਉਸਨੂੰ ਇਸ ਦੀ ਆਗਿਆ ਨਾ ਦਿੱਤੀ, ਸਗੋਂ ਉਸਨੂੰ ਕਿਹਾ, ਤੂੰ ਆਪਣੇ ਘਰ ਅਤੇ ਆਪਣੇ ਲੋਕਾਂ ਕੋਲ ਜਾ ਅਤੇ ਉਹਨਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ ਅਤੇ ਤੇਰੇ ਉੱਤੇ ਉਸਨੇ ਕਿੰਨੀ ਦਇਆ ਕੀਤੀ ਹੈ। ਉਹ ਆਦਮੀ ਗਿਆ ਅਤੇ ਉਸ ਇਲਾਕੇ ਦੇ 10 ਸ਼ਹਿਰਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਉਸ ਦੇ ਲਈ ਕੀ ਕੁਝ ਕੀਤਾ ਹੈ। ਇਹ ਸੁਣ ਕੇ ਸਾਰੇ ਲੋਕੀ ਹੈਰਾਨ ਰਹਿ ਗਏ।
ਸਿਰਫ ਇੱਕ ਬੰਦੇ ਨੂੰ ਪ੍ਰਭੂ ਬਚਾਉਣ ਦੇ ਲਈ ਝੀਲ ਦੇ ਦੂਜੇ ਪਾਸੇ, ਸਿਰਫ ਇੱਕ ਬੰਦੇ, ਔਰ ਉਸਨੂੰ ਕਿਹਾ ਕਿ ਤੂੰ ਜਾ ਕੇ ਦੱਸ ਪ੍ਰਭੂ ਨੇ ਤੇਰੇ ਲਈ ਕੀ ਕੀਤਾ। ਚੇਲੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦੇ ਸੀ ਨਾ, ਰੋਟੀਆਂ ਲੈ ਕੇ ਆ ਜਾਂਦੇ ਸੀ ਵਾਪਸ। ਉਹ ਸੀਰੀਆ ਦੇ ਇਲਾਕੇ ਦੇ ਵਿੱਚ ਗਿਆ, ਔਰ ਜਿਹੜੀ ਅੱਜ ਉਸਦੀ ਰਾਜਧਾਨੀ ਹੈ ਡਮੈਸਕਸ, ਉਸ ਇਲਾਕੇ ਦੇ ਵਿੱਚ ਜਾ ਕੇ ਉਸਨੇ ਪ੍ਰਚਾਰ ਕੀਤਾ। ਉਸ ਇਲਾਕੇ ਦੇ ਵਿੱਚ ਲੋਕਾਂ ਨੂੰ ਜਾ ਕੇ ਦੱਸਿਆ ਕਿ ਮੇਰੀ ਪ੍ਰਭੂ ਨੇ ਕਿਸ ਤਰ੍ਹਾਂ ਮਦਦ ਕੀਤੀ। ਇਹ ਹੈ ਪ੍ਰਭੂ ਦੀ ਵਡਿਆਈ। ਇਹ ਹਿੱਸਾ ਅਸੀਂ ਤਾਂ ਦੇਖਿਆ ਇੱਕ ਉਸ ਰਹਾਬ ਦੀ ਖਾਤਰ, ਉਸਦੇ ਖਾਨਦਾਨ ਦੀ ਖਾਤਰ ਪ੍ਰਭੂ ਨੇ ਐਡਾ ਵੱਡਾ ਕੰਮ ਕੀਤਾ। ਔਰ ਉਸ ਸ਼ਹਿਰ ਨੂੰ ਅਸੀਂ ਕੱਲ ਨੂੰ ਉਸਦੀ ਦੇਖਾਂਗੇ ਕਿ ਉਹ ਜਿਹੜਾ ਸ਼ਹਿਰ ਬਸਿਆ ਸੀ, ਉਸਦੇ ਗੱਬੇ ਜਿਹੜਾ ਕੰਪਲੈਕਸ ਸੀਗਾ, ਉਹ ਰਾਜਾ ਦਾ ਕੰਪਲੈਕਸ ਸੀ। ਜਿਹੜੀਆਂ ਉਸਦੀ ਆਲੇ ਦੁਆਲੇ ਦੀਆਂ ਕੰਧਾਂ ਸੀ, ਉਸ ਦੇ ਵਿੱਚ ਲੋਕਾਂ ਦੇ ਘਰ ਸੀ। ਔਰ ਹਾਲੇ ਵੀ ਉਹ ਦਿਖਾਉਂਦੇ ਆ, ਇੱਕ ਹਿੱਸਾ ਐਸਾ ਦਿਖਾਉਂਦੇ ਜਿਹੜਾ ਬਾਕੀਆਂ ਦੇ ਨਾਲੋਂ ਉੱਚਾ ਹੈ। ਬਾਕੀ ਕੰਧਾਂ ਢੱਠੀਆਂ ਸਾਰੀ, ਲੇਕਿਨ ਉਹ ਹਿੱਸਾ ਉਹ ਦੱਸਦੇ ਕਿ ਹੋ ਸਕਦਾ ਕਿ ਇੱਥੇ ਰਹਾਬ ਦਾ ਘਰ ਹੋਵੇ। ਪ੍ਰਭੂ ਦਾ, ਇਸ ਲਈ ਇਹਨਾਂ ਹਿੱਸਿਆਂ ਨੂੰ ਅਸੀਂ ਪੜ੍ਹਦੇ ਹਾਂ, ਇਹਨਾਂ ਨੂੰ ਅਸੀਂ ਕਲੀਨ ਕਰਦੇ, ਇਹਨਾਂ ਨੂੰ ਅਸੀਂ ਦੇਖਦੇ ਹਾਂ। ਇਹ ਚੀਜ਼ਾਂ ਆ ਜਿਹੜੀਆਂ ਪ੍ਰਭੂ ਦੀ ਦੇਖਣ ਵਾਲੀਆਂ ਹੁੰਦੀਆਂ। ਤੇ ਉਹ ਔਰਤ ਜਿਸ ਨੂੰ ਕਿਰਨਾਂ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ, ਜਿਸ ਨੂੰ ਨੀਚ ਕੋਈ ਅੱਖਰ ਵੀ ਜਿਹੜਾ ਵੋਕੈਬਲਰੀ ਦਾ, ਹਰ ਗਾਲ ਜਿਹੜੀ ਉਸਦੇ ਨਾਲ ਉਸਨੂੰ ਕੱਢੀ ਜਾਂਦੀ, ਹਰ ਜਾਨਵਰ ਦੇ ਨਾਂ ਦੇ ਨਾਲ ਉਸਦਾ ਨਾਮ ਲਿਆ ਜਾਂਦਾ, ਪ੍ਰਭੂ ਨੇ ਉਸਨੂੰ ਚੁਣਿਆ ਔਰ ਉਸਦੇ ਖਾਨਦਾਨ ਨੂੰ ਚੁਣਿਆ। ਤੂੰ ਤੇ ਤੇਰਾ ਘਰਾਨਾ ਆਜ਼ਾਦ। ਇਹ ਹੈ ਪ੍ਰਭੂ ਦੀ ਦਇਆ। ਕਈ ਵਾਰੀ ਅਸੀਂ ਆਪਣੀ ਡਾਕਟਰਨ ਦੇ ਵਿੱਚ, ਜਿਹੜੀ ਬਿਬਲੀਕਲ ਡਾਕਟਰਨ ਸਾਡੀ ਹੁੰਦੀ ਆ, ਉਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਬਚ ਜਾਂਦੇ ਹਾਂ, ਕਿਉਂਕਿ ਪ੍ਰਭੂ ਦੀ ਦਇਆ ਸਾਡੀ ਸਮਝ ਤੋਂ ਕਿਤੇ ਪਰੇ, ਉਸਦੀ ਮਾਫੀ ਸਾਡੀ ਸਮਝ ਤੋਂ ਕਿਤੇ ਪਰੇ, ਉਸਦੇ ਦਿਲ ਦੇ ਵਿੱਚ ਜਿੰਨੀ ਰਹਿਮ, ਉਸਦਾ ਇੱਕ ਛੋਟਾ ਜਿਹਾ ਹਿੱਸਾ ਕਿਤੇ ਸਾਡੇ ਵਿੱਚ ਹੋਵੇਗਾ। ਪ੍ਰਭੂ ਦੀ ਜਿਹੜੀ ਦਇਆ, ਅਸੀਂ ਜਿਹੜੇ ਸਾਰੇ ਬੈਠੇ ਹਾਂ, ਸਾਡੇ ਤੋਂ ਇੱਕ ਵੀ ਯੋਗ ਨਹੀਂ, ਲੇਕਿਨ ਫਿਰ ਵੀ ਉਸਨੇ ਸਾਡਾ ਚੁਣਾਵ ਕੀਤਾ, ਫਿਰ ਵੀ ਉਸਨੇ ਸਾਨੂੰ ਵੱਖਰੇ ਕੀਤਾ। ਇਹ ਉਸਦੀ ਦਇਆ, ਇਹ ਉਸਦਾ ਰਹਿਮ। ਆਓ ਅਸੀਂ ਪੰਜਵੇਂ ਭਾਵ ਦੇ ਵਿੱਚ ਆ ਗਏ ਹਾਂ। ਉਸਦੀ ਅਸੀਂ 13 ਆਇਤ ਤੋਂ ਲੈ ਕੇ ਅੱਜ 16 ਆਇਤ ਪਹਿਲਾਂ ਦੇਖਾਂਗੇ। 312 ਪੰਨਾ ਪੁਰਾਣੇ ਨਿਯਮ ਦਾ। ਹਾਂਜੀ, ਮੈਂ ਪੜ੍ਹਦੀ ਹਾਂ ਫਸਟ ਜੀ। ਸਾਹ ਦਾ ਤਿਉਹਾਰ ਉਹ ਮਨਾ ਹਟੇ ਆ, ਹਾਂ ਉਹ ਜੋ ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਉਹਦੇ ਅਨੁਸਾਰ ਚੱਲ ਰਹੇ। ਹਾਂਜੀ ਸਿਸਟਰ ਜੀ, ਗੋ ਯਹੋਸ਼ੂਆ ਅਤੇ ਤਲਵਾਰ ਵਾਲਾ ਆਦਮੀ। ਜਦੋਂ ਯਹੋਸ਼ੂਆ ਜਰੀਹੋ ਦੇ ਲਾਗੇ ਪਹੁੰਚਿਆ ਤਾਂ ਅਚਾਨਕ ਉਸਨੇ ਇੱਕ ਆਦਮੀ ਨੂੰ ਹੱਥ ਵਿੱਚ ਤਲਵਾਰ ਲਈ ਆਪਣੇ ਸਾਹਮਣੇ ਖੜੇ ਦੇਖਿਆ। ਯਹੋਸ਼ੂਆ ਨੇ ਉਸ ਆਦਮੀ ਕੋਲ ਜਾ ਕੇ ਪੁੱਛਿਆ, ਤੁਸੀਂ ਕੌਣ ਹੋ? ਤੁਸੀਂ ਸਾਡੀ ਵੱਲ ਹੋ ਜਾਂ ਸਾਡੇ ਵੈਰੀਆਂ ਵੱਲ? ਉਸ ਆਦਮੀ ਨੇ ਉੱਤਰ ਦਿੱਤਾ, ਨਹੀਂ, ਮੈਂ ਪ੍ਰਭੂ ਦੀ ਸੈਨਾ ਦਾ ਸੈਨਾਪਤੀ ਹਾਂ। ਯਹੋਸ਼ੂਆ ਇਹ ਸੁਣ ਕੇ ਤੁਰੰਤ ਧਰਤੀ ਉੱਤੇ ਮੂੰਹ ਭਾਰ ਡਿੱਗ ਪਿਆ ਅਤੇ ਬੋਲਿਆ, ਸ਼੍ਰੀਮਾਨ ਜੀ, ਮੈਂ ਤਾਂ ਤੁਹਾਡਾ ਦਾਸ ਹਾਂ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ? ਸੈਨਾਪਤੀ ਨੇ ਯਹੋਸ਼ੂਆ ਨੂੰ ਕਿਹਾ, ਆਪਣੇ ਪੈਰੋਂ ਜੁੱਤੀ ਉਤਾਰ ਦੇ, ਕਿਉਂਕਿ ਤੂੰ ਪਵਿੱਤਰ ਧਰਤੀ ਤੇ ਖੜਾ ਹੈ। ਸੋ ਯਹੋਸ਼ੂਆ ਨੇ ਆਪਣੇ ਪੈਰੋਂ ਜੁੱਤੀ ਉਤਾਰ ਦਿੱਤੀ। ਅਸੀਂ ਬਿਲਕੁਲ ਉਹੀ ਚੀਜ਼ ਦੇਖਦੇ ਪਏ ਹਾਂ ਜੋ ਮੇਰੇ ਨਾਲ ਕੂਚ ਦੇ ਤੀਸਰੇ ਭਾਗ ਦੇ ਵਿੱਚ ਆ ਜਾਓ। ਕੂਚ ਦੇ ਵਿੱਚ ਆ ਜਾਓ ਔਰ ਪੰਨਾ 82 ਪੁਰਾਣੇ ਨਿਯਮ ਦਾ, ਔਰ ਇਸੇ ਤਰ੍ਹਾਂ ਮੂਸਾ ਦੀ ਬੁਲਾਹਟ ਹੋਈ ਸੀ। ਸੋ ਅਸੀਂ ਉਹੀ ਫੁੱਟਸਟੈਪਸ ਦੇਖਦੇ ਪਏ ਹਾਂ, ਜਿੱਦਾਂ ਮੂਸਾ ਨੂੰ ਚੁਣਿਆ, ਮੂਸਾ ਨੂੰ ਵੱਖਰੇ ਕੀਤਾ, ਮੂਸਾ ਦੇ ਲਈ ਪਾਣੀ। ਹਾਂ, ਇਹ ਦੇਖਦੇ ਪਏ ਕੁਝ ਚੀਜ਼ਾਂ ਪਹਿਲਾਂ ਹੋ ਰਹੀਆਂ, ਕੁਝ ਬਾਅਦ ਦੇ ਵਿੱਚ ਹੋ ਰਹੀਆਂ, ਪਰ ਉਹੀ ਚੀਜ਼ਾਂ ਹੋ ਰਹੀਆਂ।
ਉਹੀ ਚੀਜ਼ਾਂ ਹੋ ਰਹੀਆਂ। ਸੋ ਆਓ ਅਸੀਂ ਇਸ ਨੂੰ ਤੀਸਰਾ ਭਾਗ ਉਸਦੀ 1 ਤੋਂ 10 ਤੱਕ ਪੜ੍ਹਾਂਗੇ। मूसा ਦੀ ਬੁਲਾਹਟ। मूसा ਆਪਣੇ ਸਹੁਰੇ ਯਿਥਰੋ ਜੋ ਇੱਕ ਮਦਿਆਨੀ ਪੁਜਾਰੀ ਸੀ ਦੀਆਂ ਭੇਡਾਂ ਚਾਰਿਆ ਕਰਦਾ ਸੀ। ਇੱਕ ਦਿਨ ਉਸਨੇ ਭੇਡਾਂ ਨੂੰ ਉਜਾੜ ਦੇ ਪੂਰਬੀ ਪਾਸੇ ਵੱਲ ਹੱਕ ਦਿੱਤਾ ਅਤੇ ਉਹ ਆਪ ਪਰਮੇਸ਼ਰ ਦੇ ਪਹਾੜ ਹੋਰੇਬ ਵੱਲ ਨਿਕਲ ਗਿਆ। ਉੱਥੇ ਪ੍ਰਭੂ ਦੇ ਇੱਕ ਸਵਰਦੂਤ ਨੇ ਉਸਨੂੰ ਇੱਕ ਬਲ ਦੀ ਝਾੜੀ ਵਿੱਚ ਦੀ ਹੋ ਕੇ ਦਰਸ਼ਨ ਦਿੱਤਾ। ਉਸ ਝਾੜੀ ਵਿੱਚੋਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ, ਪਰ ਉਹ ਭਸਮ ਨਹੀਂ ਹੋ ਰਹੀ ਸੀ। मूसा ਇਹ ਦੇਖ ਕੇ ਹੈਰਾਨ ਰਹਿ ਗਿਆ ਅਤੇ ਆਪਣੇ ਆਪ ਨੂੰ ਬੋਲਿਆ, ਮੈਂ ਅੱਗੇ ਜਾ ਕੇ ਦੇਖਦਾ ਹਾਂ, ਇਹ ਝਾੜੀ ਬਲ ਤਾਂ ਰਹੀ ਹੈ ਪਰ ਭਸਮ ਕਿਉਂ ਨਹੀਂ ਹੋ ਰਹੀ। ਜਦੋਂ ਪ੍ਰਭੂ ਨੇ ਦੇਖਿਆ ਕਿ मूसा ਅੱਗੇ ਦੇਖਣ ਲਈ ਆ ਰਿਹਾ ਹੈ ਤਾਂ ਉਸਨੇ ਕਿਹਾ, मूसा मूसा। ਉਸਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਰ ਨੇ ਕਿਹਾ, ਤੂੰ ਹੋਰ ਨੇੜੇ ਆ, ਤੂੰ ਆਪਣੇ ਜੁੱਤੀ ਪੈਰੋਂ ਲਾ ਲੈ, ਕਿਉਂਕਿ ਜਿੱਥੇ ਤੂੰ ਖੜਾ ਹੈ ਇਹ ਪਵਿੱਤਰ ਧਰਤੀ ਹੈ। ਮੈਂ ਤੇਰੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ਹਾਂ। मूसा ਨੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ ਕਿਉਂਕਿ ਉਹ ਪਰਮੇਸ਼ਰ ਵੱਲ ਦੇਖਣ ਤੋਂ ਡਰਦਾ ਸੀ। ਪ੍ਰਭੂ ਨੇ मूसा ਨੂੰ ਕਿਹਾ, ਮੈਂ ਆਪਣੇ ਲੋਕਾਂ ਜੋ ਮਿਸਰ ਵਿੱਚ ਹਨ ਦੇ ਦੁੱਖ ਤੇ ਪੀੜਾ ਨੂੰ ਦੇਖਿਆ ਹੈ, ਜੋ ਉਹਨਾਂ ਤੋਂ ਕੰਮ ਲੈਣ ਵਾਲਿਆਂ ਤੋਂ ਉਹਨਾਂ ਨੂੰ ਮਿਲ ਰਹੀਆਂ ਹਨ। ਮੈਂ ਉਹਨਾਂ ਦੇ ਸਭ ਦੁੱਖਾਂ ਨੂੰ ਅਨੁਭਵ ਕੀਤਾ ਹੈ। ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਟਕਾਰਾ ਦੇਣ ਦੇ ਲਈ ਹੇਠ ਉਤਰ ਆਇਆ ਹਾਂ। ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਚੰਗੀ ਤੇ ਖੁੱਲੀ ਧਰਤੀ ਤੇ ਜੋ ਸੁੰਦਰ ਅਤੇ ਉਪਜਾਊ ਹੈ ਲੈ ਜਾਵਾਂਗਾ। ਮੈਂ ਉਹਨਾਂ ਨੂੰ ਕਨਾਨੀਆਂ, ਹਿੱਤੀਆਂ, ਮੋਰੀਆਂ, ਫਰਿੱਜੀਆਂ, ਹਿੱਵੀਆਂ, ਜਬੂਸੀਆਂ ਦੀ ਧਰਤੀ ਦੇਵਾਂਗਾ। ਮੈਂ ਆਪਣੇ ਲੋਕਾਂ ਦੀ ਸੱਚਮੁੱਚ ਪੁਕਾਰ ਸੁਣੀ ਹੈ ਅਤੇ ਦੇਖਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ। ਮੈਂ ਤੈਨੂੰ ਫਰਾਊਨ ਰਾਜਾ ਕੋਲ ਘੱਲ ਰਿਹਾ ਹਾਂ ਕਿ ਤੂੰ ਮੇਰੇ ਲੋਕਾਂ ਇਸਰਾਈਲੀਆਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਵੇਂ। ਪਰ मूसा ਨੇ ਉੱਤਰ ਦਿੱਤਾ, ਇੱਥੇ ਤਾਂ ਬਣਨਾ ਸੀ। ਸੋ ਉਸਨੇ ਕਿਹਾ ਕਿ ਜਿਸ ਧਰਤੀ ਤੇ ਤੂੰ ਖੜਾ ਉਹ ਪਵਿੱਤਰ ਧਰਤੀ ਆਪਣੇ ਪੈਰੋਂ ਜੁੱਤੀ ਲਾ ਦੇ। ਔਰ ਉਸ ਤੋਂ ਬਾਅਦ ਫਿਰ ਉਸਨੇ मूसा ਨੂੰ ਆਗਿਆ ਦਿੱਤੀ। ਅਗਰ ਤੁਸੀਂ ਇੱਥੇ ਆਪਣੇ ਬਾਈਬਲਾਂ ਤੇ ਸਾਲ ਲਿਖਿਆ ਹੋਏਗਾ ਤੇ 1463 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ। ਜਿਸ ਜਗ੍ਹਾ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਉਹ ਹੈ 1422 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ। ਪੂਰੇ 41 ਸਾਲ। ਔਰ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉੱਥੇ ਖੜਾ। ਔਰ ਪ੍ਰਭੂ ਨੇ ਬਿਲਕੁਲ ਉਸਨੂੰ ਉਹੀ ਚੀਜ਼ ਕਹੀ, ਆਪਣੇ ਪੈਰੋਂ ਜੁੱਤੀ ਲਾ ਦੇ। ਜਿਸ ਜਗ੍ਹਾ ਤੇ ਤੂੰ ਖੜਾ ਆ ਇਹ ਪਵਿੱਤਰ। ਸਵਾਲ ਹੁਣ ਜਿਹੜਾ ਉਸਨੇ ਪੁੱਛਿਆ ਉਹ ਇਹ ਪੁੱਛਿਆ ਕਿ ਤੂੰ ਮੈਨੂੰ ਦੱਸ ਕਿ ਤੂੰ ਸਾਡੇ ਵੱਲ ਆ ਕਿ ਤੂੰ ਸਾਡੇ ਵੈਰੀਆਂ ਦੇ ਵੱਲ। ਉਸਦਾ ਜਵਾਬ ਉਸਨੇ ਇਹ ਦਿੱਤਾ ਕਿ ਉਸ ਆਦਮੀ ਨੇ ਉੱਤਰ ਦਿੱਤਾ ਕਿ ਨਹੀਂ, ਮੈਂ ਪ੍ਰਭੂ ਦੀ ਸੈਨਾ ਦਾ ਸੈਨਾਪਤੀ ਹਾਂ। ਕੁਐਸਚਨ ਇਹ ਹੈ ਕਿ ਤੂੰ ਕਿਹਦੇ ਵੱਲ ਹੈ ਯਹੋਸ਼ੂਆ? ਤੂੰ ਕਿਹਦੇ ਵੱਲ? ਤੂੰ ਆਪਣੇ ਪ੍ਰਭੂ ਦੇ ਵੱਲ ਆ ਕਿ ਜਾਂ ਤੂੰ ਵੀ ਕੁਛ ਹੋਰ ਲੱਭ ਲੈਂਦਾ? ਤੇ ਜਿਹੜੇ ਪ੍ਰਭੂ ਦੀ ਵੱਲ ਹੁੰਦੇ ਉਹਨਾਂ ਨੂੰ ਪ੍ਰਭੂ ਦਾ ਸੈਨਾਪਤੀ ਉਹਨਾਂ ਦੇ ਨਾਲ। ਸੋ ਉਸਨੂੰ ਕਿਹਾ ਗਿਆ, ਉੱਥੇ ਦਿਖਾਇਆ ਗਿਆ ਕਿ ਮੈਂ ਧਰਤੀ ਤੇ ਉਤਰ ਆਇਆ, ਮੈਂ ਇਹ ਜੰਗ ਲੜੂੰਗਾ, ਮੈਂ ਤੁਹਾਨੂੰ ਜਿੱਤਾਂ ਦਊਂਗਾ, ਤੁਸੀਂ ਸਿਰਫ ਮੇਰੇ ਹੁਕਮ ਦੀ ਪਾਲਣਾ ਕਰਨੀ ਔਰ ਤੁਸੀਂ ਕਬਜ਼ੇ ਕਰਨੇ। ਸੋ ਆਓ ਹੁਣ ਅਸੀਂ 6ਵੇਂ ਭਾਗ ਦੇ ਵਿੱਚ ਚੱਲੀਏ। 6ਵੇਂ ਭਾਗ ਦੀਆਂ ਅਸੀਂ ਪਹਿਲੀਆਂ 16 ਆਇਤਾਂ ਪਹਿਲਾਂ ਦੇਖਾਂਗੇ। ਮੈਂ ਪੜ੍ਹਦੀ ਹਾਂ। ਯਰੀਹੋ ਸ਼ਹਿਰ ਨੂੰ ਜਿੱਤਣਾ। ਯਰੀਹੋ ਸ਼ਹਿਰ ਦੇ ਫਾਟਕ ਉਸ ਦੇ ਨਿਵਾਸੀਆਂ ਨੇ ਇਜ਼ਰਾਈਲੀਆਂ ਦੇ ਡਰ ਦੇ ਮਾਰੇ ਅੰਦਰਲੇ ਪਾਸਿਓਂ ਬੰਦ ਕਰ ਰੱਖੇ ਸਨ। ਕੋਈ ਆਦਮੀ ਅੰਦਰ ਜਾਂ ਬਾਹਰ ਨਹੀਂ ਜਾ ਸਕਦਾ ਸੀ। ਤਦ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਦੇਖ, ਮੈਂ ਯਰੀਹੋ ਸ਼ਹਿਰ ਦੇ ਰਾਜਾ ਅਤੇ ਸ਼ਕਤੀਸ਼ਾਲੀ ਆਦਮੀਆਂ ਨੂੰ ਤੇਰੇ ਹੱਥੀਂ ਸੌਂਪ ਦਿੱਤਾ ਹੈ। ਤੂੰ ਆਪਣੇ ਲੜਨ ਵਾਲੇ ਆਦਮੀਆਂ ਦੇ ਨਾਲ ਯਰੀਹੋ ਸ਼ਹਿਰ ਦੇ ਪਾਸੇ 6 ਦਿਨਾਂ ਤੱਕ ਚੱਕਰ ਲਾ। ਹਰ ਦਿਨ ਤੁਸੀਂ ਇੱਕ ਵਾਰ ਸ਼ਹਿਰ ਦਾ ਚੱਕਰ ਕੱਟਣਾ। 7 ਪੁਰੋਹਿਤ ਆਪਣੇ ਹੱਥਾਂ ਵਿੱਚ ਬਿਗਲ ਲੈ ਕੇ ਨੇਮ ਦੇ ਸੰਦੂਕ ਦੇ ਅੱਗੇ ਅੱਗੇ ਚੱਲਣ। 7ਵੇਂ ਦਿਨ ਤੁਸੀਂ ਸ਼ਹਿਰ ਦੇ 7 ਚੱਕਰ ਲਾਉਣਾ ਅਤੇ ਪੁਰੋਹਿਤ ਬਿਗਲ ਵਜਾਉਂਦੇ ਤੁਹਾਡੇ ਅੱਗੇ ਅੱਗੇ ਚੱਲਣ। ਅੰਤ ਵਿੱਚ ਉਹ ਬਿਗਲ ਤੇ ਇੱਕ ਲੰਮੀ ਆਵਾਜ਼ ਕੱਢਣ ਅਤੇ ਤੁਸੀਂ ਸਾਰੇ ਬਿਗਲ ਦੀ ਆਵਾਜ਼ ਨਾਲ ਉੱਚੀ ਦਿੱਤੀ ਜੈਕਾਰਾ ਮਾਰਨਾ।
ਇਹ ਹੁੰਦਿਆਂ ਹੀ ਸ਼ਹਿਰ ਦੀ ਬਾਹਰਲੀ ਚਾਰ ਦੀਵਾਰੀ ਡਿੱਗ ਪਵੇਗੀ ਅਤੇ ਤੁਹਾਡੀ ਸਾਰੀ ਸੈਨਾ ਸਿੱਧੀ ਸ਼ਹਿਰ ਦੇ ਅੰਦਰ ਜਾ ਸਕਦੀ ਹੈ। ਤਦ ਯਹੋਸ਼ੂਆ ਨੇ ਪੁਰੋਹਿਤਾਂ ਨੂੰ ਸੱਦ ਕੇ ਕਿਹਾ, ਤੁਸੀਂ ਨੇਮ ਦਾ ਸੰਦੂਕ ਆਪਣੇ ਨਾਲ ਲਵੋ ਅਤੇ ਤੁਹਾਡੇ ਵਿੱਚੋਂ 7 ਪੁਰੋਹਿਤ ਆਪਣੇ ਹੱਥਾਂ ਵਿੱਚ ਇੱਕ ਇੱਕ ਬਿਗਲ ਲੈ ਕੇ ਪ੍ਰਭੂ ਦੇ ਨੇਮ ਦੇ ਸੰਦੂਕ ਦੇ ਅੱਗੇ ਅੱਗੇ ਚੱਲਣ। ਉਸਨੇ ਆਪਣੇ ਲੜਾਕੂ ਆਦਮੀਆਂ ਨੂੰ ਸ਼ਹਿਰ ਦੇ ਚਾਰੇ ਪਾਸੇ ਚੱਕਰ ਲਾਉਣ ਲਈ ਕਿਹਾ ਅਤੇ ਹਥਿਆਰਬੰਦ ਆਦਮੀਆਂ ਨੂੰ ਨੇਮ ਦੇ ਸੰਦੂਕ ਦੇ ਅੱਗੇ ਅੱਗੇ ਚੱਲਣ ਲਈ ਕਿਹਾ। ਸੋ ਯਹੋਸ਼ੂਆ ਦੀ ਆਗਿਆ ਅਨੁਸਾਰ 7 ਪੁਰੋਹਿਤ ਬਿਗਲ ਵਜਾਉਂਦੇ ਹੋਏ ਅੱਗੇ ਅੱਗੇ ਚੱਲੇ ਅਤੇ ਉਹਨਾਂ ਦੇ ਪਿੱਛੇ ਪ੍ਰਭੂ ਦੇ ਨੇਮ ਦਾ ਸੰਦੂਕ ਸੀ। ਬਿਗਲ ਵਜਾਉਣ ਵਾਲੇ ਪੁਰੋਹਿਤਾਂ ਦੇ ਅੱਗੇ ਹਥਿਆਰਬੰਦ ਆਦਮੀਆਂ ਦਾ ਇੱਕ ਦਸਤਾ ਸੀ ਅਤੇ ਬਾਕੀ ਦੇ ਲੜਾਕੂ ਨੇਮ ਦੇ ਸੰਦੂਕ ਦੇ ਪਿੱਛੇ ਪਿੱਛੇ ਚੱਲ ਰਹੇ ਸਨ, ਪਰ ਬਿਗਲ ਲਗਾਤਾਰ ਵੱਜਦੇ ਜਾ ਰਹੇ ਸਨ। ਯਹੋਸ਼ੂਆ ਨੇ ਸਭ ਆਦਮੀਆਂ ਨੂੰ ਇਹ ਆਗਿਆ ਦਿੱਤੀ ਸੀ ਕਿ ਜਦੋਂ ਤੱਕ ਉਹ ਉਹਨਾਂ ਨੂੰ ਮੂੰਹੋਂ ਆਵਾਜ਼ ਕੱਢਣ ਲਈ ਨਾ ਕਹੇ, ਉਹ ਆਪਣੇ ਮੂੰਹ ਪੂਰੀ ਤਰ੍ਹਾਂ ਨਾਲ ਬੰਦ ਰੱਖਣ। ਸੋ ਉਸਨੇ ਨੇਮ ਦੇ ਸੰਦੂਕ ਸਮੇਤ ਸ਼ਹਿਰ ਦੇ ਚਾਰੇ ਪਾਸੇ ਇੱਕ ਵਾਰ ਚੱਕਰ ਕੱਢਣ ਦੇ ਲਈ ਕਿਹਾ ਅਤੇ ਉਹ ਇੱਕ ਚੱਕਰ ਕੱਢਣ ਦੇ ਪਿੱਛੋਂ ਵਾਪਸ ਡੇਰਿਆਂ ਦੇ ਵਿੱਚ ਰਾਤ ਕੱਟਣ ਦੇ ਲਈ ਆ ਗਏ। ਅਗਲੇ ਦਿਨ ਯਹੋਸ਼ੂਆ ਤੜਕੇ ਉੱਠਿਆ ਅਤੇ ਪੁਰੋਹਿਤ ਉਸ ਦੇ ਨਾਲ ਪ੍ਰਭੂ ਦਾ ਨੇਮ ਦਾ ਸੰਦੂਕ ਲੈ ਕੇ ਚੱਲੇ। ਸਭ ਤੋਂ ਅੱਗੇ ਹਥਿਆਰਬੰਦ ਆਦਮੀਆਂ ਦਾ ਦਸਤਾ ਸੀ, ਉਸ ਦੇ ਪਿੱਛੇ 7 ਪੁਰੋਹਿਤ ਬਿਗਲਾਂ ਸਮੇਤ, ਫਿਰ ਪ੍ਰਭੂ ਦਾ ਨੇਮ ਦਾ ਸੰਦੂਕ ਅਤੇ ਬਾਕੀ ਦੇ ਲੜਾਕੂ ਸਨ। ਬਿਗਲ ਲਗਾਤਾਰ ਵੱਜਦੇ ਜਾ ਰਹੇ ਸਨ। ਇਸ ਤਰ੍ਹਾਂ ਉਹ ਦੂਜੇ ਦਿਨ ਵੀ ਯਰੀਹੋ ਸ਼ਹਿਰ ਦਾ ਚੱਕਰ ਲਾ ਕੇ ਵਾਪਸ ਡੇਰਿਆਂ ਵਿੱਚ ਆ ਗਏ। ਇਸ ਤਰ੍ਹਾਂ ਉਹਨਾਂ ਪੂਰੇ 6 ਦਿਨ ਕੀਤਾ। 7ਵੇਂ ਦਿਨ ਤੜਕੇ ਉੱਠੇ ਅਤੇ ਉਹਨਾਂ ਨੇ ਯਰੀਹੋ ਸ਼ਹਿਰ ਦੇ ਪੂਰੇ 7 ਚੱਕਰ ਲਾਏ। ਇਹੀ ਇੱਕ ਦਿਨ ਸੀ ਜਦੋਂ ਉਹਨਾਂ ਨੇ 7 ਚੱਕਰ ਲਾਏ ਸਨ। 7ਵੇਂ ਚੱਕਰ ਸਮੇਂ ਜਦੋਂ ਪੁਰੋਹਿਤਾਂ ਨੇ ਬਿਗਲ ਵਜਾਏ ਤਾਂ ਯਹੋਸ਼ੂਆ ਨੇ ਆਪਣੇ ਆਦਮੀਆਂ ਨੂੰ ਕਿਹਾ, ਜ਼ੋਰ ਦੀ ਜੈਕਾਰਾ ਮਾਰੋ, ਪ੍ਰਭੂ ਨੇ ਸ਼ਹਿਰ ਤੁਹਾਨੂੰ ਸੌਂਪ ਦਿੱਤਾ ਹੈ। ਸੋ ਇਹ ਕੀ ਹੋ ਕੀ ਰਿਹਾ, ਕਿਉਂ ਪ੍ਰਭੂ ਏਦਾਂ ਕਰਦਾ ਪਿਆ? ਉਹਨਾਂ ਲੋਕਾਂ ਨੂੰ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਇੱਕ ਈਜ਼ ਦੇ ਵਿੱਚ ਪਾ ਰਿਹਾ, ਔਰ ਜਿਹੜੇ ਫੌਜੀ ਉਸ ਉੱਥੇ ਖੜੇ ਆ, ਤੀਰ ਕਮਾਨ ਲੈ ਕੇ ਖੜੇ ਆ, ਮਾਰਨ ਦੇ ਲਈ ਖੜੇ ਆ, ਉਹਨਾਂ ਨੂੰ ਇੱਕ ਈਜ਼ ਦੇ ਵਿੱਚ ਪਾ ਰਿਹਾ। ਸੋ ਪਹਿਲੇ ਦਿਨ ਜਿਸ ਲਈ ਉਹਨਾਂ ਨੇ ਚੱਕਰ ਲਾਏ ਆ ਤੇ ਉੱਥੇ ਉਹਨਾਂ ਦੇ ਤੀਰ ਅੰਦਾਜ਼ ਆ ਜਿਹੜੇ ਕੁੱਤੇ ਬੈਠੇ ਹੋ, ਔਰ ਉਹਨਾਂ ਦੀ ਮਾਰ ਤੋਂ ਬਾਅਦ ਜਿਸ ਵੇਲੇ ਉਹਨਾਂ ਨੇ ਉਸ ਦਿਨ ਉਹ ਚੱਕਰ ਲਾਇਆ ਔਰ ਘਰ ਨੂੰ ਵਾਪਸ ਚਲੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੇ ਕੁਛ ਨਹੀਂ ਕੀਤਾ। ਅਗਲੇ ਦਿਨ ਜਿਸ ਲਈ ਉਹਨਾਂ ਨੇ ਚੱਕਰ ਲਾਇਆ ਤੇ ਫਿਰ ਉਹਨਾਂ ਨੇ ਦੇਖਿਆ ਕਿ ਕੁਛ ਵੀ ਨਹੀਂ ਕੀਤਾ। ਉਸ ਤੋਂ ਅਗਲੇ ਦਿਨ ਤੋਂ ਲੋਕ ਉੱਤੇ ਆਉਣੇ ਸ਼ੁਰੂ ਹੋ ਗਏ, ਲੋਕ ਉਸ ਕੰਧ ਦੇ ਉੱਤੇ ਆਉਣੇ ਸ਼ੁਰੂ ਹੋ ਗਏ ਤੇ ਦੇਖੀਏ ਇਹ ਕੀ ਕਰਦੇ ਪਏ, ਔਰ ਇਹ ਉਹਨਾਂ ਦੇ ਲਈ ਇੱਕ ਫਨ ਇਵੈਂਟ ਬਣ ਗਈ। ਸੋ 5ਵੇਂ 6ਵੇਂ ਦਿਨ ਤੱਕ ਜਿਹੜੇ ਉੱਥੇ ਬਹੁਤੇ ਜਿਹੜੇ ਲੋਕ ਸੀਗੇ ਫੌਜੀਆਂ ਦੇ ਨਾਲ, ਉਹ ਕੰਧਾਂ ਭਰ ਗਈਆਂ ਲੋਕਾਂ ਦੀਆਂ ਦੇਖਣ ਦੇ ਲਈ। ਬੇਸਿਕਲੀ ਉਹ ਤਮਾਸ਼ਾ ਦੇਖਦੇ ਪਏ ਸੀ। ਔਰ ਹੁਣ ਜਿਸ ਲਈ ਪ੍ਰਭੂ ਉਹਨਾਂ ਨੂੰ ਉਹਨਾਂ ਕੰਧਾਂ ਦੇ ਉੱਤੇ ਲਿਆਇਆ, ਉਹ ਸਾਰੇ ਚੜ ਕੇ ਦੇਖਦੇ ਪਏ, ਅਦਰ ਦੈਨ ਇੱਕ ਪਰਸਨ ਜਿਸ ਨੂੰ ਪਤਾ ਹੈ ਕੀ ਹੋਣਾ, ਔਰ ਉਹ ਰਹਾ ਦੋਸਤ ਦਾ ਟੱਬਰ। ਬਾਕੀ ਸਭ ਕੰਧਾਂ ਦੇ ਉੱਤੇ ਚੜੇ ਹੋ ਔਰ ਉੱਥੇ ਬੈਠ ਕੇ ਤਮਾਸ਼ਾ ਦੇਖਦੇ ਪਏ। ਔਰ ਉੱਥੇ ਉਸਨੇ ਕਿਹਾ ਕਿ ਹੁਣ ਤੁਸੀਂ ਪ੍ਰਭੂ ਦੇ ਬਿਗਲ ਫੂਕੋ ਔਰ ਜੈਕਾਰਾ ਲਾਓ, ਔਰ ਹੁਣ ਅਸੀਂ ਦੇਖਣਾ ਕਿ ਕੀ ਹੁੰਦਾ ਪਿਆ। ਔਰ ਇੱਥੇ ਅਸੀਂ ਪ੍ਰਭੂ ਦੀ ਬੁੱਧ ਦੇਖਦੇ ਪਏ, ਪ੍ਰਭੂ ਦੀ ਬੁੱਧ ਦੇਖਦੇ ਪਏ ਕਿ ਜਿਹੜੀ ਪਹਿਲੀ ਜਿੱਤ ਪ੍ਰਭੂ ਨੇ ਉਹਨਾਂ ਨੂੰ ਦਿੱਤੀ ਆ, ਉਸਨੇ ਦਿਖਾਇਆ ਕਿ ਤੁਸੀਂ ਇਸ ਦੇ ਲਈ ਕੁਛ ਨਹੀਂ ਕੀਤਾ। ਮੂਸਾ ਦੇ ਲਈ ਤਾਂ ਮੈਂ ਪਾਣੀ ਨੂੰ ਪਾੜਿਆ ਸੀ, ਹੁਣ ਤੇਰੇ ਲਈ ਮੈਂ ਪੱਥਰਾਂ ਨੂੰ ਪਾੜ, ਪੱਥਰਾਂ ਦੇ ਵਿੱਚ ਵੀ ਤੈਨੂੰ ਰਾਹ ਬਣਾ ਕੇ ਦਊਂ। ਸੋ ਇਹ ਚੀਜ਼ ਅਸੀਂ ਇੰਪੋਸੀਬਲ ਚੀਜ਼ਾਂ ਜਿਹੜੀਆਂ ਉਹ ਯਹੋਸ਼ੂਆ ਦੇ ਲਈ ਹੋ ਰਹੀ, ਉਹ ਚੀਜ਼ਾਂ ਯਹੋਸ਼ੂਆ ਆਪਣੀਆਂ ਅੱਖਾਂ ਦੇ ਨਾਲ ਹੀ ਦੇਖਦਾ ਪਿਆ। ਔਰ ਸਾਨੂੰ ਯਾਦ ਰੱਖਣਾ ਚਾਹੀਦਾ ਇਸ ਚੀਜ਼ ਦੇ ਲਈ ਕਿ ਯਹੋਸ਼ੂਆ ਦਾ ਨਾਮ ਬਦਲਿਆ ਗਿਆ ਹੈ। ਉਸਦਾ ਨਾਮ ਬਦਲ ਕੇ ਯਹੋਸ਼ੂਆ ਰੱਖਿਆ ਗਿਆ ਜਿਸ ਵੇਲੇ ਉਸਨੇ ਅੱਗੇ ਜਾ ਕੇ ਇਹ ਦੇਸ਼, ਇਹ ਸਾਰੀ ਧਰਤੀ ਤੇ ਕਬਜ਼ਾ ਕਰਨਾ ਸੀ। ਪ੍ਰਭੂ ਯਿਸੂ ਮਸੀਹ ਦਾ ਨਾਮ ਉਸਨੂੰ ਦਿੱਤਾ ਗਿਆ ਔਰ ਉਹ ਯਹੋਸ਼ੂਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਥੱਲੇ ਇਹ ਸਾਰੀਆਂ ਜਿੱਤਾਂ ਪ੍ਰਾਪਤ ਕਰਦਾ ਪਿਆ।
ਨਾਮ ਜਿਹੜਾ ਉਸਦੇ ਨਾਲ ਆ ਉਹ ਯਿਸੂ ਮਸੀਹ ਦਾ ਨਾਮ। ਠੀਕ, ਸੋ ਆਓ ਹੁਣ ਅਸੀਂ ਅਗਲਾ ਹਿੱਸਾ ਦੇਖਦੇ ਹਾਂ 17 ਤੋਂ ਲੈ ਕੇ, ਕਿਉਂਕਿ 17 ਤੋਂ ਲੈ ਕੇ 27 ਤੱਕ ਇਸ ਨੂੰ ਦੇਖਦੇ ਹਾਂ। ਇਹ ਸ਼ਹਿਰ ਇਸ ਦੇ ਸਭ ਨਿਵਾਸੀਆਂ ਤੇ ਮਾਲ ਮੱਤੇ ਸਮੇਤ ਨਾਸ਼ ਕਰ ਦਿੱਤਾ ਜਾਵੇਗਾ। ਕੇਵਲ ਰਾਹਾਬ ਬੇਸਵਾ ਤੇ ਉਸਦੇ ਘਰ ਦੇ ਲੋਕ ਜਿਉਂਦੇ ਰਹਿਣਗੇ, ਕਿਉਂਕਿ ਉਸਨੇ ਸਾਡੇ ਜਸੂਸਾਂ ਦੀ ਮਦਦ ਕੀਤੀ ਸੀ। ਤੁਸੀਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਦੇ ਲੁੱਟ ਦੇ ਮਾਲ ਤੋਂ ਦੂਰ ਰੱਖਣਾ, ਨਹੀਂ ਤਾਂ ਤੁਹਾਡੇ ਕਾਰਨ ਸਭ ਇਸਰਾਏਲੀਆਂ ਤੇ ਕੋਈ ਮੁਸੀਬਤ ਆ ਸਕਦੀ ਹੈ। ਪਰ ਲੁੱਟ ਦੀਆਂ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀਆਂ ਸਭ ਚੀਜ਼ਾਂ ਪ੍ਰਭੂ ਲਈ ਪਵਿੱਤਰ ਹੋਣਗੀਆਂ, ਇਸ ਲਈ ਉਹ ਪ੍ਰਭੂ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤੀਆਂ ਜਾਣਗੀਆਂ। ਸੋ ਲੋਕਾਂ ਨੇ ਬਿਗਲਾਂ ਦੀ ਆਵਾਜ਼ ਸੁਣਦਿਆਂ ਹੀ ਉੱਚੀ ਆਵਾਜ਼ ਨਾਲ ਜੈਕਾਰਾ ਗੁੰਜਾਇਆ, ਅਤੇ ਇਹ ਹੁੰਦਿਆਂ ਹੀ ਸ਼ਹਿਰ ਦੀ ਬਾਹਰ ਚਾਰ ਦੀਵਾਰੀ ਢਹਿ ਪਈ। ਤਦ ਹਰ ਆਦਮੀ ਸਿੱਧਾ ਆਪਣੇ ਮੂੰਹ ਦੀ ਸਿੱਧੇ ਸ਼ਹਿਰ ਵਿੱਚ ਘੁਸ ਗਿਆ। ਉਹਨਾਂ ਨੇ ਸ਼ਹਿਰ ਦੇ ਵਾਸੀ ਆਦਮੀ ਤੇ ਔਰਤਾਂ, ਜਵਾਨ ਤੇ ਬੁੱਢੇ, ਬਲਦ, ਭੇਡਾਂ, ਗਧੇ ਆਦਿ ਨੂੰ ਆਪਣੀਆਂ ਤਲਵਾਰਾਂ ਨਾਲ ਕਤਲ ਕਰ ਦਿੱਤਾ। ਤਦ ਯਹੋਸ਼ੂਆ ਨੇ ਦੋਹਾਂ ਜਸੂਸਾਂ ਨੂੰ ਕਿਹਾ, ਤੁਸੀਂ ਬੇਸਵਾ ਦੇ ਘਰ ਜਾ ਕੇ ਆਪਣੀ ਪ੍ਰਤਿਗਿਆ ਅਨੁਸਾਰ ਉਸਨੂੰ ਉਸਦੇ ਪੂਰੇ ਟੱਬਰ ਸਮੇਤ ਬਾਹਰ ਲੈ ਆਓ। ਸੋ ਉਹ ਦੋਨੇ ਜਵਾਨ ਗਏ ਅਤੇ ਉਹਨਾਂ ਜਾ ਕੇ ਰਾਹਾਬ ਬੇਸਵਾ, ਉਸਦੇ ਪਿਤਾ, ਮਾਤਾ, ਭਰਾ, ਭੈਣਾਂ ਅਤੇ ਸਾਕ ਸੰਬੰਧੀਆਂ ਨੂੰ ਬਾਹਰ ਇਸਰਾਏਲੀ ਲੋਕਾਂ ਦੇ ਡੇਰਿਆਂ ਕੋਲ ਲੈ ਆਏ। ਫਿਰ ਉਹਨਾਂ ਪੂਰੇ ਜਰੀਹੋ ਸ਼ਹਿਰ ਨੂੰ ਅੱਗ ਨਾਲ ਭਸਮ ਕਰ ਦਿੱਤਾ, ਪਰ ਉਸ ਦੀਆਂ ਸਾਰੀਆਂ ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀਆਂ ਚੀਜ਼ਾਂ ਪ੍ਰਭੂ ਦੇ ਘਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀਆਂ। ਪਰ ਰਾਹਾਬ ਅਤੇ ਉਸਦੇ ਪਿਤਾ ਦੇ ਸਮੇਤ ਟੱਬਰ ਨੂੰ ਯਹੋਸ਼ੂਆ ਨੇ ਬਚਾ ਲਿਆ, ਤੇ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੇ ਹਨ, ਕਿਉਂਕਿ ਰਾਹਾਬ ਨੇ ਇਸਰਾਏਲੀ ਜਾਸੂਸਾਂ ਨੂੰ ਲੁਕਾ ਕੇ ਉਹਨਾਂ ਦੀ ਮਦਦ ਕੀਤੀ ਸੀ। ਯਹੋਸ਼ੂਆ ਨੇ ਜਰੀਹੋ ਸ਼ਹਿਰ ਦੇ ਬਾਰੇ ਇਹ ਸ਼ਰਾਪ ਦਿੱਤਾ, ਇਸ ਸ਼ਹਿਰ ਨੂੰ ਦੁਬਾਰਾ ਉਸਾਰਨ ਵਾਲਾ ਆਦਮੀ ਸ਼ਰਾਪੀ ਠਹਿਰੇ। ਇਸ ਦੀਆਂ ਨੀਹਾਂ ਰੱਖਣ ਵਾਲੇ ਦਾ ਜੇਠਾ ਪੁੱਤਰ ਮਰ ਜਾਵੇਗਾ, ਅਤੇ ਇਸ ਦੀ ਫਾਟਕ ਲਾਉਣ ਵਾਲੇ ਦਾ ਸਭ ਤੋਂ ਛੋਟਾ ਪੁੱਤਰ ਮਰ ਜਾਵੇਗਾ। ਇਸ ਤਰ੍ਹਾਂ ਪ੍ਰਭੂ ਯਹੋਸ਼ੂਆ ਦੇ ਨਾਲ ਸੀ, ਅਤੇ ਉਸ ਦਾ ਆਦਰ ਧਰਤੀ ਤੇ ਵੱਧਦਾ ਗਿਆ। ਆਮੀਨ। ਸੋ ਹੁਣ ਪ੍ਰਭੂ ਨੇ ਉਸ ਨੂੰ ਕਿਹਾ ਕਿ ਤੁਸੀਂ ਆਪਣਾ ਵਾਅਦਾ ਪੂਰਾ ਰੱਖਣਾ, ਔਰ ਵਚਨ ਇੱਥੇ ਦੱਸਦਾ ਕਿ ਉਹ ਅੱਜ ਵੀ ਉਹਨਾਂ ਦੇ ਜਿਹੜਾ ਉਸਦਾ ਪਰਿਵਾਰ ਆ ਉਹ ਅੱਜ ਵੀ ਉਹਨਾਂ ਦੇ ਵਿੱਚ ਵਾਸ ਕਰਦਾ ਗਿਆ। ਸੋ ਪ੍ਰਭੂ ਨੇ ਕਨਾਨ ਦੀ ਸੰਤਾਨ ਦੇ ਉੱਤੇ ਵੀ ਕਿਰਪਾ ਕੀਤੀ। ਕਨਾਨ ਦੇ ਬਾਬੇ ਨੇ ਉਸ ਨੂੰ ਸ਼ਰਾਪ ਦਿੱਤਾ ਸੀ, ਜਿਹਦੇ ਨਾਮ ਤੇ ਧਰਤੀ ਵਸੀ। ਨੋਹਾ ਨੇ ਕਨਾਨ ਨੂੰ ਸ਼ਰਾਪ ਦਿੱਤਾ ਸੀ, ਪਰ ਪ੍ਰਭੂ ਨੇ ਉਸਦਾ ਬੀਜ ਨਾਸ਼ ਨਹੀਂ ਹੋਣ ਦਿੱਤਾ। ਪ੍ਰਭੂ ਨੇ ਫਿਰ ਵੀ ਆਪਣੇ ਨਾਮ ਦੀ ਖਾਤਰ ਉਸ ਉੱਤੇ ਕਿਰਪਾ ਕੀਤੀ, ਔਰ ਅਸੀਂ ਦੇਖਦੇ ਪਏ ਕਿ ਉਹਨਾਂ ਦੇ ਖਾਤਰ, ਰਾਹਾਬ ਦੀ ਖਾਤਰ ਪ੍ਰਭੂ ਨੇ ਉਸਦੇ ਸਾਰੇ ਖਾਨਦਾਨ ਨੂੰ ਬਖਸ਼ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਜੇ ਕੋਈ ਤੁਹਾਨੂੰ ਛੋਟੇ ਤੋਂ ਛੋਟਾ ਸਮਝ ਕੇ ਕੋਈ ਪਾਣੀ ਦਾ ਵੀ ਕੱਪ ਦੇਏਗਾ ਤੇ ਮੇਰੀ ਕਿਰਪਾ ਉਸ ਇਨਸਾਨ ਦੇ ਨਾਲ ਬਣੀ ਜਾਏ। ਪ੍ਰਭੂ ਸਾਡਾ ਕਦੀ ਵੀ ਅਗਰ ਕੋਈ ਭਲਾਈ ਕਰਦਾ ਸਾਡੇ ਨਾਲ ਉਸਦੇ ਨਾਮ ਦੀ ਖਾਤਰ, ਤੇ ਉਸ ਨੂੰ ਹਮੇਸ਼ਾ ਵਾਪਸ ਕਰਦਾ। ਸੋ ਅਸੀਂ ਇੱਥੇ ਜਿਹੜੀ ਚੀਜ਼ ਦੇਖਦੇ ਪਏ ਹਾਂ ਕਿ ਰਾਹਾਬ ਤੇ ਉਸਦਾ ਖਾਨਦਾਨ ਦੇ ਉੱਤੇ ਪ੍ਰਭੂ ਨੇ ਕਿਰਪਾ ਕੀਤੀ। ਇੱਥੇ ਤੁਸੀਂ ਮੱਤੀ ਦੀਆਂ ਪਹਿਲਾ ਚੈਪਟਰ, ਉਸਦੀ ਅਸੀਂ 2 ਮਿੰਟ ਅੱਗੇ ਜਾਵਾਂਗੇ, ਉੱਥੇ ਹਿੱਸਾ ਦੇਖਾਂਗੇ। ਇੱਥੇ ਤੁਸੀਂ ਲਿਖ ਲਓ ਉਸਨੂੰ, ਮੱਤੀ ਦਾ ਪਹਿਲਾ ਚੈਪਟਰ, ਉਸਦੀ 1 ਆਇਤ ਤੋਂ ਲੈ ਕੇ ਉਸਦੀ ਬੇਸਿਕਲੀ 4 ਆਇਤ ਤੱਕ ਅਸੀਂ ਦੇਖਾਂਗੇ। ਉਸਨੂੰ ਮੈਂ ਹੀ ਪੜ੍ਹ ਦੇਣਾ। ਯਿਸੂ ਮਸੀਹ ਦੇ ਵੰਸ਼ ਦਾ ਲੇਖਾ ਇਸ ਤਰ੍ਹਾਂ ਹੈ। ਉਹ ਦਾਊਦ ਦੇ ਵੰਸ਼ ਵਿੱਚੋਂ ਸੀ, ਜੋ ਅਬਰਾਹਮ ਦੇ ਵੰਸ਼ ਦੇ ਵਿੱਚੋਂ ਸੀ। ਅਬਰਾਹਮ ਇਸਹਾਕ ਦਾ ਪਿਤਾ ਸੀ, ਇਸਹਾਕ ਯਾਕੂਬ ਦਾ, ਯਾਕੂਬ ਯਹੂਦਾ ਦਾ, ਯਹੂਦਾ ਅਤੇ ਉਸਦੇ ਭਰਾਵਾਂ ਦਾ ਪਿਤਾ ਸੀ। ਯਹੂਦਾ ਫਿਰਸ਼ ਅਤੇ ਜਰਾ ਦਾ ਪਿਤਾ ਸੀ। ਉਹਨਾਂ ਦੀ ਮਾਤਾ ਦਾ ਨਾਂ ਤਮਾਰ ਸੀ। ਫਿਰਸ਼ ਹਸਰੋਨ ਦਾ, ਹਸਰੋਨ ਰਾਮ ਦਾ ਪਿਤਾ ਸੀ। ਰਾਮ ਅਮੀਨਾਦਾਬ ਦਾ, ਅਮੀਨਾਦਾਬ ਨਹਿਸੋਨ ਦਾ, ਅਤੇ ਨਹਿਸੋਨ ਸਲਮੋਨ ਦਾ ਪਿਤਾ ਸੀ। ਸੋ ਆਏ ਜਿਹੜੇ ਗੱਭੇ ਆਏ ਹੈਗੇ ਆ, ਇਹ ਸਾਰੇ ਦੇ ਸਾਰੇ ਪੈਦਾ ਹੋਏ ਆ ਗੁਲਾਮੀ ਦੇ ਵਿੱਚ ਪੈਦਾ ਹੋਏ ਆ। ਔਰ ਅਸੀਂ ਜਿੱਥੇ ਦੇਖਦੇ ਪਏ ਆ ਕਿ ਅਮੀਨਾਦਾਬ ਨਹਿਸੋਨ ਦਾ, ਅਤੇ ਨਹਿਸੋਨ ਜਿਹੜਾ ਉਥੋਂ ਬਚ ਕੇ ਆਇਆ, ਜਿਹੜਾ ਉਥੋਂ ਗੁਲਾਮੀ ਦੇ ਵਿੱਚੋਂ ਕੱਢਿਆ ਗਿਆ, ਉਹ
ਉਸ ਨੂੰ ਕਿਤੇ ਰਸਤੇ ਦੇ ਵਿੱਚ ਉਹ 40 ਸਾਲਾਂ ਦੇ ਵਿੱਚ ਉਹ ਦੱਬਿਆ ਗਿਆ। ਔਰ ਸਾਨੂੰ ਇੱਥੋਂ ਇਹ ਪਤਾ ਲੱਗਦਾ ਕਿ ਸਲਮੋਨ ਦਾ ਜਿਹੜਾ ਜਨਮ ਉਹਨਾਂ 40 ਸਾਲਾਂ ਦੇ ਵਿੱਚ ਹੋਇਆ, ਜਿਸ ਵੇਲੇ ਉਹ ਉਸ ਧਰਤੀ ਤੇ ਆਇਆ। ਸੋ ਸਲਮੋਨ ਦਾ ਪਿਤਾ ਸੀ, ਸਲਮੋਨ ਬੋਆਜ਼ ਦਾ ਪਿਤਾ ਸੀ ਅਤੇ ਬੋਆਜ਼ ਦੀ ਮਾਂ ਰਾਹਾਬ ਸੀ। ਬੋਆਜ਼ ਦੀ ਮਾਂ ਰਾਹਾਬ ਸੀ। ਬੋਆਜ਼ ਦਾ ਪਿਤਾ ਅਤੇ ਬੋਆਜ਼ ਦੀ ਮਾਂ ਰਾਹਾਬ ਸੀ। ਬੋਆਜ਼ ਓਬੇਦ ਦਾ ਪਿਤਾ ਸੀ ਅਤੇ ਓਬੇਦ ਦੀ ਮਾਂ ਰੂਥ ਸੀ। ਦੇਖੋ ਕਿੰਨਾ ਲਾਗੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ। ਪ੍ਰਭੂ ਦੀ ਬਰਕਤ ਅਸੀਂ ਕਿੱਦਾਂ ਦੇਖਦੇ ਪਏ ਜੋ ਇਹਨਾਂ ਲੋਕਾਂ ਦੇ ਉੱਤੇ ਹੁੰਦੀ ਪਈ। ਖੁਦਾਵੰਦ ਨੇ ਇੱਕ ਕਨਾਨੀ ਔਰਤ ਔਰ ਇੱਕ ਮੁਆਬੀ ਔਰਤ ਨੂੰ ਆਪਣੇ ਇਸ ਵਚਨ ਦੇ ਵਿੱਚ ਜਗ੍ਹਾ ਦਿੱਤੀ ਹੈ। ਉਹ ਜੋ ਪ੍ਰਭੂ ਨੂੰ ਪੁਕਾਰਦੇ, ਉਹ ਜੋ ਉਸ ਨੂੰ ਪੁਕਾਰਦੇ, ਉਹਨਾਂ ਦੀ ਹਮੇਸ਼ਾ ਕਿਰਪਾ ਕਰਦਾ। ਸੋ ਇੱਥੇ ਅਸੀਂ ਇਹਨਾਂ ਤੇ ਕਿਰਪਾ ਹੁੰਦੀ ਦੇਖਦੇ। ਸੋ ਆਓ ਹੁਣ ਅਸੀਂ ਵਾਪਸ ਆਪਣੇ ਹਿੱਸੇ ਤੇ ਜਾਂਦੇ। ਅਗਰ ਤੁਸੀਂ ਬਾਈਬਲ ਸਟੱਡੀ ਕਰਵਾਉਣੀ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਆ ਮਤੀ ਦਾ ਪਹਿਲਾ ਬਾਬ, ਉਸ ਦੀ ਪਹਿਲੀਆਂ 6 ਆਇਤਾਂ। 7ਵਾਂ ਬਾਬ ਅਕਾਮ ਦਾ ਬਾਬ, ਆਓ ਪਹਿਲੀਆਂ ਇਸ ਦੀਆਂ 9 ਆਇਤਾਂ ਅਸੀਂ ਦੇਖੀਏ। ਮੈਂ ਪੜ੍ਹ ਦਿੰਦੀ ਬਸ ਨੂੰ। ਅਕਾਨ ਦਾ ਪਾਪ। ਪਰ ਇਜ਼ਰਾਈਲੀ ਲੋਕਾਂ ਨੇ ਪ੍ਰਭੂ ਦੇ ਨਾਲ ਵਿਸ਼ਵਾਸਘਾਤ ਕੀਤਾ। ਅਕਾਨ ਨਾਂ ਦੇ ਇੱਕ ਆਦਮੀ ਨੇ ਪ੍ਰਭੂ ਦੀਆਂ ਪਵਿੱਤਰ ਚੀਜ਼ਾਂ ਵਿੱਚੋਂ ਚੋਰੀ ਆਪਣੇ ਲਈ ਕੁਝ ਪਿੱਛੇ ਰੱਖ ਲਈ। ਕਾਨ ਦੇ ਪਿਤਾ ਦਾ ਨਾਂ ਕਰਮੀ ਸੀ, ਜੋ ਜਬਦੀ ਦਾ ਪੁੱਤਰ ਸੀ ਅਤੇ ਯਰਾ ਦਾ ਪੁੱਤਾ ਸੀ। ਉਸ ਦਾ ਸੰਬੰਧ ਯਹੂਦਾ ਦੇ ਕਬੀਲੇ ਨਾਲ ਸੀ। ਸੋ ਕਾਨ ਦੇ ਕਾਰਨ ਪ੍ਰਭੂ ਦਾ ਕ੍ਰੋਧ ਇਜ਼ਰਾਈਲੀ ਲੋਕਾਂ ਦੇ ਭੜਕ ਉੱਠਿਆ। ਤਦ ਯਹੋਸ਼ੂਆ ਨੇ ਯਰੀਹੋ ਤੋਂ ਆਈ ਨਗਰ ਦੀ ਭੇਦ ਲੈਣ ਲਈ ਕੁਝ ਆਦਮੀ ਘੱਲੇ। ਇਹੀ ਨਗਰ ਬੈਤਲ ਦੋ ਪੂਰਬੀ ਪਾਸੇ ਬੈਤ ਆਵਨ ਦੇ ਲਾਗੇ ਹੈ। ਉਸਨੇ ਉਹਨਾਂ ਆਦਮੀਆਂ ਨੂੰ ਕਿਹਾ, ਤੁਸੀਂ ਜਾ ਕੇ ਇਹੀ ਦੀ ਧਰਤੀ ਦੇ ਭੇਦ ਲਿਆਓ। ਸੋ ਉਹ ਆਦਮੀ ਗਏ ਅਤੇ ਉਹਨਾਂ ਨੇ ਉੱਥੋਂ ਦੀ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਆਦਮੀਆਂ ਨੇ ਵਾਪਸ ਯਹੋਸ਼ੂਆ ਨੂੰ ਆ ਕੇ ਕਿਹਾ, ਉੱਥੇ ਸਾਨੂੰ ਸਭ ਨੂੰ ਜਾਣ ਦੀ ਲੋੜ ਨਹੀਂ ਹੈ। ਉਹ ਕੇਵਲ ਇੱਕ ਛੋਟਾ ਜਿਹਾ ਨਗਰ ਹੈ, ਇਸ ਲਈ 200-300 ਆਦਮੀਆਂ ਨੂੰ ਉੱਥੇ ਘੱਲ ਦੇਵੋ, ਜੋ ਉੱਥੋਂ ਲਈ ਕਾਫੀ ਹਨ। ਸਾਨੂੰ ਉੱਥੇ ਜਾ ਕੇ ਮਿਹਨਤ ਕਰਨ ਦੀ ਲੋੜ ਨਹੀਂ ਹੈ। ਇਸ ਲਈ ਕੋਈ 300 ਇਜ਼ਰਾਈਲੀਆਂ ਨੇ ਜਾ ਕੇ ਇਹੀ ਨਗਰ ਤੇ ਹੱਲਾ ਬੋਲਿਆ, ਪਰ ਉਹ ਹਾਰ ਖਾ ਕੇ ਵਾਪਸ ਮੁੜ ਆਏ। ਇਹੀ ਦੇ ਲੋਕਾਂ ਨੇ ਆਪਣੇ ਨਗਰ ਦੇ ਫਾਟਕ ਤੋਂ ਲੈ ਕੇ ਸਬਾਰੀਮ ਦੀ ਥਾਂ ਤੱਕ ਪਿੱਛਾ ਕੀਤਾ ਅਤੇ ਕੋਈ 36 ਇਜ਼ਰਾਈਲੀਆਂ ਨੂੰ ਮਾਰ ਦਿੱਤਾ। ਇਸ ਤਰ੍ਹਾਂ ਇਜ਼ਰਾਈਲੀ ਲੋਕਾਂ ਦੇ ਹੌਸਲੇ ਟੁੱਟ ਗਏ। ਇਹ ਦੇਖ ਕੇ ਯਹੋਸ਼ੂਆ ਤੇ ਇਜ਼ਰਾਈਲੀ ਬਜ਼ੁਰਗਾਂ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਆਪਣੇ ਸਿਰਾਂ ਉੱਤੇ ਸਵਾਹ ਪਾ ਕੇ ਤਰਕਾਲਾਂ ਤੱਕ ਪ੍ਰਭੂ ਦੇ ਸੰਦੂਕ ਸਾਹਮਣੇ ਮੂੰਹ ਪਾ ਡਿੱਗੇ ਰਹੇ। ਯਹੋਸ਼ੂਆ ਨੇ ਪ੍ਰਭੂ ਨੂੰ ਕਿਹਾ, ਹੇ ਪਰਮੇਸ਼ਰ, ਤੂੰ ਸਾਨੂੰ ਜਰਦਨ ਦੇ ਇਸ ਪਾਰ ਮੋਰੀਆਂ ਦੇ ਹੱਥੋਂ ਨਾਸ਼ ਕਰਵਾਉਣ ਲਈ ਕਿਉਂ ਲੈ ਆਇਆ ਹੈ? ਕੀ ਅਸੀਂ ਜਰਦਨ ਦੇ ਉਸ ਪਾਰ ਠੀਕ ਨਹੀਂ ਸਾਂ? ਹੇ ਪ੍ਰਭੂ, ਮੈਂ ਕੀ ਕਹਿ ਸਕਦਾ ਹਾਂ ਜਦੋਂ ਇਜ਼ਰਾਈਲੀਆਂ ਨੇ ਆਪਣੇ ਬੈਰੀਆਂ ਦੇ ਹੱਥੋਂ ਹਾਰ ਖਾਧੀ ਹੈ? ਇਸ ਗੱਲ ਦਾ ਪਤਾ ਜਦੋਂ ਕਨਾਨੀਆਂ ਅਤੇ ਹੋਰ ਲੋਕਾਂ ਨੂੰ ਲੱਗੇਗਾ ਤਾਂ ਉਹ ਆ ਕੇ ਸਾਨੂੰ ਘੇਰ ਲੈਣਗੇ ਤੇ ਸਾਨੂੰ ਸਭ ਇਸ ਧਰਤੀ ਤੋਂ ਖਤਮ ਕਰ ਦੇਣਗੇ। ਇਹ ਹੋਣ ਤੇ ਤੇਰੇ ਵੱਡੇ ਨਾਂ ਦਾ ਇਸ ਧਰਤੀ ਤੇ ਕੌਣ ਆਦਰ ਕਰੇਗਾ? ਆਮੀਨ। ਸੋ ਅਸੀਂ ਦੇਖਿਆ ਕਿ ਅਕਾਨ ਨਾਂ ਦੇ ਆਦਮੀ ਨੇ ਉਹ ਕੰਮ ਕੀਤਾ ਜੋ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ। ਇਹ ਵੈਰੀ ਪਹਿਲਾ ਜਿਹੜਾ ਟੈਸਟ ਸੀਗਾ, ਇਹ ਜ਼ਰੂਰੀ ਸੀਗਾ ਇਹਨਾਂ ਦੇ ਲਈ ਕਿ ਇਹਨਾਂ ਅਗਰ ਪ੍ਰਭੂ ਇਸ ਚੀਜ਼ ਨੂੰ ਅੱਖੋਂ ਪਰਾਂ ਕਰ ਦਿੰਦਾ ਕਿ ਕੋਈ ਗੱਲ ਨਹੀਂ, ਤਾਂ ਫਿਰ ਅੱਗੇ ਤੋਂ ਅੱਗੇ ਜਿਹੜਾ ਇਹ ਪਾਪ ਉਹਨਾਂ ਦੇ ਵਿੱਚ ਵੱਧਦਾ ਜਾਣਾ ਸੀ। ਜਿੱਦਾਂ ਅਸੀਂ ਪਿੱਛੇ ਦੇਖਿਆ ਕਿ ਪ੍ਰਭੂ ਕੈਂਸਰ ਕੱਢਦਾ ਪਿਆ ਤਾਂ ਕਿ ਬਾਕੀ ਦਾ ਸਰੀਰ ਬਚਿਆ ਰਹੇ। ਇੱਥੇ ਵੀ ਅਸੀਂ ਉਹੀ ਚੀਜ਼ ਦੇਖਦੇ ਪਏ। ਅਕਾਨ ਨੂੰ ਇਸ ਚੀਜ਼ ਦਾ ਪਤਾ ਆ ਕਿ ਜਿਸ ਵੇਲੇ ਪ੍ਰਭੂ ਸਾਨੂੰ ਜਿੱਥੋਂ ਲੈ ਕੇ ਆਇਆ ਸੀ, ਅਸੀਂ ਗੁਲਾਮ ਸੀਗੇ, ਔਰ ਉੱਥੋਂ ਪ੍ਰਭੂ ਸਾਨੂੰ ਸੋਨੇ ਚਾਂਦੀ ਦੇ ਨਾਲ ਲੱਦ ਕੇ ਲੈ ਕੇ ਆਇਆ, ਔਰ ਫਿਰ ਅਸੀਂ ਇਸ ਧਰਤੀ ਤੇ ਆ ਕੇ ਕਬਜ਼ੇ ਕੀਤੇ ਆ। ਲੇਕਿਨ ਉਹਨਾਂ ਨੂੰ ਖਾਸ ਹਦਾਇਤ ਦਿੱਤੀ ਗਈ ਆ, ਉਸਨੇ ਉਸ ਹਦਾਇਤ ਨੂੰ ਤੋੜਿਆ। ਇਜ਼ਰਾਈਲੀਆਂ ਦੇ ਕੋਲ ਸੋਨੇ ਚਾਂਦੀ ਦੀ ਕੋਈ ਇਹਨਾਂ ਦੇ ਕੋਲ ਕੋਈ ਕਮੀ ਨਹੀਂ ਸੀ, ਇਹਨਾਂ ਕੋਲ ਬਹੁਤ ਸੀ।
ਜਿਸ ਲਈ ਪ੍ਰਭੂ ਦਾ ਜਿਸ ਵੇਲੇ ਉਹਨਾਂ ਨੇ ਤੰਬੂ, ਪਵਿੱਤਰ ਤੰਬੂ ਬਣਾਉਣਾ ਸੀ ਤਾਂ ਉੱਥੇ ਕੱਪੜੇ ਦੀ ਲੋੜ ਸੀ, ਉੱਥੇ ਲੱਕੜ ਦੀ ਜ਼ਰੂਰਤ ਸੀ, ਉੱਥੇ ਸੋਨੇ ਦੀ ਜ਼ਰੂਰਤ ਸੀ, ਉੱਥੇ ਚਾਂਦੀ ਦੀ ਜ਼ਰੂਰਤ ਸੀ, ਉੱਥੇ ਤਾਂਬੇ ਦੀ ਜ਼ਰੂਰਤ ਸੀ, ਉੱਥੇ ਇਹਨਾਂ ਸਾਰੀਆਂ ਚੀਜ਼ਾਂ ਦੇ ਕਹੇ ਦੀ ਜ਼ਰੂਰਤ ਸੀ, ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਸੀ। ਔਰ ਲੋਕਾਂ ਨੇ ਇੰਨਾ ਦੇ ਦਿੱਤਾ ਕਿ ਮੂਸਾ ਨੂੰ ਮਨਾ ਕਰਨਾ ਪਿਆ ਕਿ ਹੋਰ ਨਾ ਲੈ ਕੇ ਆਓ, ਸਾਡੇ ਕੋਲ ਬਹੁਤ ਜ਼ਿਆਦਾ ਹੈ, ਹੋਰ ਨਾ ਕੋਈ ਚੀਜ਼ ਲੈ ਕੇ ਆਓ, ਹੁਣ ਬਸ। ਇਹਨਾਂ ਲੋਕਾਂ ਕੋਲ ਇੰਨਾ ਸੀ, ਲੇਕਿਨ ਉਹਦੇ ਅੰਦਰ ਦਾ ਜਿਹੜਾ ਉਹ ਲਾਲਚ ਉਹ ਨਹੀਂ ਮਰਿਆ। ਸੋ ਉਹਨਾਂ ਨੇ ਜਾ ਕੇ ਆਈ ਨਗਰ ਦੇ ਉੱਤੇ ਜਾ ਕੇ ਉਹਨਾਂ ਨੇ ਹਮਲਾ ਕੀਤਾ। ਉਹਨਾਂ ਨੇ ਕਿਹਾ ਛੋਟਾ ਜਿਹਾ ਨਗਰ ਹੈ, ਕੋਈ ਖਾਸ ਨਹੀਂ, 200-300 ਬੰਦੇ ਕੱਲਦੇ ਬਹੁਤ ਆ। ਸੋ ਉਸਨੇ ਉਹ 200-300 ਬੰਦੇ ਕੱਲੇ, ਲੇਕਿਨ ਉਹ ਹਾਰ ਖਾ ਕੇ ਵਾਪਸ ਆਏ। ਸੋ ਹੁਣ ਯਹੋਸ਼ੂਆ ਨੇ ਦੇਖਿਆ ਕਿ ਸਾਡੇ ਪ੍ਰਭੂ ਨੇ ਕਿਹਾ ਸੀ ਜੰਗਾਂ ਮੈਂ ਲੜਨੀਆਂ ਹੈ, ਕੀ ਹੋਇਆ? ਔਰ ਦੂਸਰਾ ਪ੍ਰਭੂ ਨੇ ਇਹ ਵੀ ਇੱਥੇ ਉਹਨਾਂ ਨੂੰ ਇਹ ਚੀਜ਼ ਦਿਖਾਈ ਕਿ ਮੇਰੇ ਬਗੈਰ ਤੁਸੀਂ ਜਿੱਤ ਨਹੀਂ ਸਕਦੇ, ਜੰਗ ਤੁਸੀਂ ਨਹੀਂ ਲੜਦੇ ਪਏ, ਜੰਗ ਮੈਂ ਲੜਦਾ ਪਿਆ। ਔਰ ਜੇ ਮੈਂ ਤੁਹਾਡੇ ਨਾਲ ਨਹੀਂ ਜਾਊਂਗਾ ਤੇ ਤੁਹਾਡਾ ਇਹ ਹਾਲ ਹੋਏਗਾ। ਸੋ ਅਸੀਂ ਦੇਖਦੇ ਪਏ ਹਾਂ ਕਿ ਉਹ ਹੁਣ ਉਸ ਥੋੜੇ ਜਿਹੇ ਗੁਮਾਨ ਦੇ ਵਿੱਚ ਵੀ ਆਇਓ ਕਿ ਕੋਈ ਗੱਲ ਨਹੀਂ, 200-300 ਬੰਦਾ ਘੱਲਦੇ ਬਹੁਤ ਹੋ ਜਾਣਾ ਹੋਊਗਾ। ਲੇਕਿਨ ਜਿਸਲੇ ਹੁਣ ਹਾਰ ਖਾ ਕੇ ਉੱਥੋਂ ਮੁੜੇ, ਦੰਦ ਖੱਟੇ ਕਰਾ ਕੇ ਮੁੜੇ, ਤੇ ਹੁਣ ਉਹਨਾਂ ਨੇ ਪ੍ਰਭੂ ਦੇ ਵੱਲ ਆਪਣੀਆਂ ਅੱਖਾਂ ਲਾਈਆਂ ਕਿ ਪ੍ਰਭੂ ਇਹ ਕੀ ਹੋਇਆ? ਤੁਸੀਂ ਸਾਡੇ ਨਾਲ ਸੀ, ਕੀ ਹੋਇਆ? ਹੁਣ ਪ੍ਰਭੂ ਨੇ ਉਹਨਾਂ ਨੂੰ ਦੱਸਣਾ ਕਿ ਕੀ ਹੋਇਆ। ਇਸ ਦੀ 10 ਆਇਤ ਤੋਂ ਲੈ ਕੇ ਇਸ ਚੈਪਟਰ ਨੂੰ ਖਤਮ ਕਰੀਏ। ਤਦ ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਤੂੰ ਇਸ ਤਰ੍ਹਾਂ ਮੂੰਹ ਭਾਰ ਕਿਉਂ ਡਿੱਗਾ ਪਿਆ ਹੈ? ਇਜ਼ਰਾਈਲੀਆਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਉਹਨਾਂ ਨੇ ਮੇਰੇ ਨੇਮ ਨੂੰ ਤੋੜਿਆ ਹੈ, ਉਹਨਾਂ ਮੇਰੀਆਂ ਮਨਾ ਕੀਤੀਆਂ ਚੀਜ਼ਾਂ ਵਿੱਚੋਂ ਚੋਰੀ ਕਰਕੇ ਆਪਣੀਆਂ ਚੀਜ਼ਾਂ ਵਿੱਚ ਮਿਲਾ ਲਈਆਂ ਹਨ। ਇਸੇ ਕਰਕੇ ਇਜ਼ਰਾਈਲੀਆਂ ਨੇ ਆਪਣੇ ਵੈਰੀਆਂ ਦੇ ਹੱਥੋਂ ਹਾਰ ਖਾਧੀ ਹੈ, ਉਹ ਨਾਸ਼ ਹੋਣ ਦੇ ਲਈ ਤਿਆਰ ਹਨ। ਜਦੋਂ ਤੱਕ ਤੁਸੀਂ ਆਪਣੇ ਵਿੱਚੋਂ ਚੋਰੀ ਦੀਆਂ ਚੀਜ਼ਾਂ ਨਾਸ਼ ਨਹੀਂ ਕਰੋਗੇ, ਮੈਂ ਤੁਹਾਡੇ ਨਾਲ ਨਹੀਂ ਰਹਾਂਗਾ। ਇਸ ਲਈ ਤੂੰ ਉੱਠ ਕੇ ਆਪਣੇ ਲੋਕਾਂ ਨੂੰ ਸ਼ੁੱਧ ਕਰ। ਤੂੰ ਉਹਨਾਂ ਨੂੰ ਕਹਿ ਕਿ ਹੇ ਇਜ਼ਰਾਈਲੀਓ, ਤੁਹਾਡੇ ਵਿਚਕਾਰ ਪ੍ਰਭੂ ਦਾ ਚੋਰੀ ਦਾ ਮਾਲ ਹੈ। ਇਸ ਕਾਰਨ ਤੁਸੀਂ ਆਪਣੇ ਵੈਰੀਆਂ ਦਾ ਟਾਕਰਾ ਨਹੀਂ ਕਰ ਸਕਦੇ ਹੋ। ਇਸ ਲਈ ਤੁਸੀਂ ਉਸ ਚੋਰੀ ਦੇ ਮਾਲ ਨੂੰ ਆਪਣੇ ਵਿੱਚੋਂ ਦੂਰ ਕਰੋ। ਕੱਲ ਸਵੇਰੇ ਸਾਰੇ ਕਬੀਲੇ ਵਾਰੀ-ਵਾਰੀ ਮੇਰੇ ਸਾਹਮਣੇ ਹਾਜ਼ਰ ਹੋਣ। ਜਿਸ ਕਬੀਲੇ ਨੂੰ ਮੈਂ ਚੁਣਾ, ਉਸਦੇ ਸਾਰੇ ਲੋਕ ਵਾਰੀ-ਵਾਰੀ ਮੇਰੇ ਸਾਹਮਣੇ ਆਉਣ। ਫਿਰ ਜਿਸ ਕੁਲ ਨੂੰ ਮੈਂ ਚੁਣਾ, ਉਸਦੇ ਸਾਰੇ ਟੱਬਰ ਵਾਰੀ-ਵਾਰੀ ਮੇਰੇ ਸਾਹਮਣੇ ਆਉਣ। ਇਸ ਤਰ੍ਹਾਂ ਜਿਸ ਟੱਬਰ ਨੂੰ ਮੈਂ ਚੁਣਾ, ਉਸਦੇ ਸਾਰੇ ਜੀ ਵਾਰੀ-ਵਾਰੀ ਮੇਰੇ ਸਾਹਮਣੇ ਆਉਣ। ਅੰਤ ਜੋ ਆਦਮੀ ਮੇਰੀ ਚੋਰੀ ਦੀ ਚੀਜ਼ ਨਾਲ ਫੜਿਆ ਜਾਵੇ, ਉਸ ਨੂੰ ਉਸ ਚੀਜ਼ ਅਤੇ ਜੋ ਉਸ ਤੱਕ ਬਾਕੀ ਹੈ ਸਮੇਤ ਅੱਗ ਨਾਲ ਸਾੜ ਦਿੱਤਾ ਜਾਵੇ, ਕਿਉਂਕਿ ਉਸਨੇ ਪ੍ਰਭੂ ਦੇ ਨੇਮ ਨੂੰ ਤੋੜ ਕੇ ਸਭ ਇਜ਼ਰਾਈਲੀਆਂ ਲਈ ਸ਼ਰਮਨਾਕ ਕੰਮ ਕੀਤਾ ਹੈ। ਸੋ ਯਹੋਸ਼ੂਆ ਨੇ ਅਗਲੀ ਸਵੇਰੇ ਸਾਰੇ ਕਬੀਲੇ ਪ੍ਰਭੂ ਅੱਗੇ ਪੇਸ਼ ਕੀਤੇ, ਤਾਂ ਯਹੂਦਾ ਦਾ ਕਬੀਲਾ ਫੜਿਆ ਗਿਆ। ਫਿਰ ਉਸਨੇ ਯਹੂਦਾ ਦੀਆਂ ਸਭ ਕੁੱਲਾਂ ਨੂੰ ਪ੍ਰਭੂ ਅੱਗੇ ਪੇਸ਼ ਕੀਤਾ, ਤਾਂ ਜਰਾਹ ਦੀ ਕੁੱਲ ਫੜੀ ਗਈ। ਜਰਾਹ ਦੇ ਟੱਬਰਾਂ ਵਿੱਚੋਂ ਜਬਦੀ ਦਾ ਟੱਬਰ ਫੜਿਆ ਗਿਆ। ਜਬਦੀ ਦੇ ਆਦਮੀਆਂ ਵਿੱਚੋਂ ਕਰਮੀ ਦਾ ਪੁੱਤਰ ਅਕਾਨ ਫੜਿਆ ਗਿਆ, ਜੋ ਜਬਦੀ ਦਾ ਪੋਤਾ ਅਤੇ ਜਰਾਹ ਦਾ ਪੜਪੋਤਾ ਸੀ। ਤਦ ਯਹੋਸ਼ੂਆ ਨੇ ਅਕਾਨ ਨੂੰ ਕਿਹਾ, ਤੂੰ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਦਾ ਨਾਂ ਲੈ ਅਤੇ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ। ਤੂੰ ਮੇਰੇ ਤੋਂ ਕੋਈ ਗੱਲ ਨਾ ਲੁਕਾਉਣਾ। ਅਕਾਨ ਨੇ ਉੱਤਰ ਦਿੱਤਾ, ਹਾਂ, ਮੈਂ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਹੈ। ਸੋ ਇਸ ਤਰ੍ਹਾਂ ਨਾਲ ਹੈ, ਮੈਨੂੰ ਲੁੱਟ ਦੇ ਮਾਲ ਵਿੱਚੋਂ ਸੁਨਿਆਰ ਦੇਸ਼ ਦਾ ਬਣਿਆ ਇੱਕ ਸੁੰਦਰ ਕੱਪੜਾ, ਕੋਈ 2 ਕਿਲੋ ਚਾਂਦੀ ਅਤੇ ਅੱਧੇ ਕਿਲੋ ਸੋਨੇ ਦੀ ਇੱਕ ਇੱਟ ਬਹੁਤ ਪਸੰਦ ਆਈ ਸੀ। ਮੈਂ ਉਹਨਾਂ ਨੂੰ ਚੁਰਾ ਕੇ ਆਪਣੇ ਤੰਬੂ ਦੇ ਅੰਦਰ ਦੱਬ ਰੱਖਿਆ ਹੈ। ਇਹ ਦੋਵੇਂ ਤੁਹਾਨੂੰ ਉੱਥੋਂ ਮਿਲ ਸਕਦੀਆਂ ਹਨ। ਸੋ ਯਹੋਸ਼ੂਆ ਨੇ ਆਦਮੀ ਘੱਲੇ, ਜਿਨ੍ਹਾਂ ਨੇ ਜਾ ਕੇ ਅਕਾਨ ਦੇ ਕਹੇ ਅਨੁਸਾਰ ਦੋਵੇਂ ਚੀਜ਼ਾਂ ਉਸਦੇ ਤੰਬੂ ਵਿੱਚੋਂ ਪੁੱਟ ਲਈਆਂ। ਉਹਨਾਂ ਨੇ ਦੋਵੇਂ ਚੀਜ਼ਾਂ ਲਿਆ ਕੇ ਯਹੋਸ਼ੂਆ ਅਤੇ ਸਭ ਇਜ਼ਰਾਈਲੀਆਂ ਦੇ ਸਾਹਮਣੇ ਪ੍ਰਭੂ ਅੱਗੇ ਰੱਖ ਦਿੱਤੀਆਂ। ਤਦ ਉਹ ਅਕਾਨ ਨੂੰ ਚਾਂਦੀ ਦੇ ਗਹਿਣੇ, ਸੋਨੇ ਦੀ ਇੱਟ, ਉਸਦੇ ਪੁੱਤਰ, ਧੀਆਂ, ਜਾਨਵਰ ਅਤੇ ਘਰ ਦੇ ਸਾਰੇ ਮਾਲ ਮੱਤੇ ਸਮੇਤ ਲਿਆ ਕੇ ਅਕੋਰ ਦੀ ਖੱਡ ਵਿੱਚ ਲੈ ਗਏ। ਤਦ ਯਹੋਸ਼ੂਆ ਨੇ ਅਕਾਨ ਨੂੰ ਕਿਹਾ, ਤੂੰ ਸਾਡੇ ਉੱਤੇ ਇਹ ਮੁਸੀਬਤ ਲਿਆਵੇਂਗਾ। ਇਹ ਕਹਿ ਕੇ ਕਿ ਸਭ ਇਜ਼ਰਾਈਲੀਆਂ ਨੇ ਅਕਾਨ ਨੂੰ ਉਸ ਦੇ ਟੱਬਰ ਸਮੇਤ ਪਥਰਾਓ ਕਰਕੇ ਉਸ ਦੇ ਸਭ ਮਾਲ ਮੱਤੇ ਸਮੇਤ ਅੱਗ ਨਾਲ ਭਸਮ ਕਰ ਦਿੱਤਾ ਹੈ। ਉਹਨਾਂ ਉਸ ਥਾਂ ਤੇ ਇੱਕ ਪੱਥਰਾਂ ਦਾ ਢੇਰ ਲਾ ਦਿੱਤਾ, ਜੋ ਅੱਜ ਤੱਕ ਉੱਥੇ ਹੈ।
ਅਤੇ ਉਸ ਦਾ ਨਾਂ ਕੋਰ ਦੀ ਖੱਡ ਹੈ। ਇਹ ਹੁਣ ਤੇ ਪ੍ਰਭੂ ਦਾ ਕ੍ਰੋਧ ਉਹਨਾਂ ਤੋਂ ਦੂਰ ਹੋ ਗਿਆ। ਆਮੀਨ। ਇਹ ਜ਼ਰੂਰੀ ਸੀਗਾ। ਪਹਿਲਾਂ ਇਹ ਉਸ ਕੌਮ ਦੇ ਵਿੱਚ ਡਰ ਲਿਆਉਣਾ ਜ਼ਰੂਰੀ ਸੀ। ਸਾਨੂੰ ਇਸ ਚੀਜ਼ ਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਪ੍ਰਭੂ ਦਾ ਜਿਹੜਾ ਪਲਾਨ ਸੀ ਉਹ ਬਹੁਤ ਵੱਡਾ ਆ। ਪ੍ਰਭੂ ਦਾ ਜਿਹੜਾ ਪਲਾਨ ਉਹ ਸਿਰਫ ਇੰਨਾ ਹੀ ਨਹੀਂ ਸੀ ਕਿ ਅਬਰਾਹਮ ਦੀ ਸੰਤਾਨ ਨੂੰ ਇਜ਼ਰਾਈਲ ਦੇਸ਼ ਦੇਣਾ। ਅਬਰਾਹਮ ਦੀ ਸੰਤਾਨ ਨੂੰ ਇਜ਼ਰਾਈਲ ਦੇਸ਼ ਦੇਣਾ ਉਹ ਇੱਕ ਸਾਡੇ ਲਈ ਉਦਾਹਰਨ ਸੀ। ਉਹ ਸਾਡੇ ਲਈ ਇੱਕ ਉਦਾਹਰਨ ਸੀ ਕਿ ਫॉर ਐਗਜ਼ਾਮਪਲ ਮੈਂ ਜਿਸ ਤਰ੍ਹਾਂ ਅਬਰਾਹਮ ਨਾਲ ਵਾਅਦਾ ਕਰਕੇ ਉਸਨੂੰ ਉਸਦਾ ਦੇਸ਼ ਦਿੱਤਾ, ਉਸਨੂੰ ਇੱਕ ਵੱਡੀ ਕੌਮ ਬਣਾਇਆ, ਇਸੇ ਤਰ੍ਹਾਂ ਮੇਰੀ ਦਇਆ ਆਦਮ ਦੀ ਸੰਤਾਨ ਦੇ ਉੱਤੇ ਹੋਏਗੀ ਔਰ ਉਹਨਾਂ ਨੂੰ ਇਸ ਪਾਪ ਦੀ ਗੁਲਾਮੀ ਤੋਂ ਛੁਟਕਾਰਾ ਦੇ ਕੇ ਮੈਂ ਪ੍ਰਭੂ ਉਹਨਾਂ ਨੂੰ ਜੋ ਮੈਂ ਮਸੀਹ ਦੇ ਰਾਹੀਂ ਵਾਅਦਾ ਕੀਤਾ ਮੈਂ ਉਹਨਾਂ ਨੂੰ ਉਹ ਦਊਂਗਾ। ਔਰ ਯਿਸੂ ਦੇ ਨਾਂ ਦੇ ਵਿੱਚ ਹੀ ਹੋਜ਼ਿਆ, ਜਿਹੜਾ ਉਹਦਾ ਅਸਲੀ ਨਾਂ ਹੈ ਯਹੋਸ਼ੂਆ, ਯਿਸੂ ਦੇ ਨਾਮ ਦੇ ਥੱਲੇ ਹੀ ਉਹ ਯਹੋਸ਼ੂਆ ਇਹਨਾਂ ਨੂੰ ਜਿੱਤ ਦੇ ਰਿਹਾ। ਜਿੱਤ ਜਿਹੜੀ ਹੋ ਰਹੀ ਉਹ ਯਿਸੂ ਦੇ ਨਾਮ ਦੀ ਹੋ ਰਹੀ, ਅਸੀਂ ਇਹ ਦੇਖਦੇ ਪਏ ਹਾਂ। ਲੇਕਿਨ ਪ੍ਰਭੂ ਨੇ ਕਿੱਡੀ ਵੱਡੀ ਬਰਕਤ ਜਿਹੜੀ ਸੀਗੀ, ਇਹ ਲੋਕ ਆਪਣਿਆਂ ਲਾਲਚਾਂ ਦੀ ਖਾਤਰ ਕਿੱਡੀ ਵੱਡੀ ਬਰਕਤ ਇਹ ਗੁਆ ਰਹੇ ਸੀਗੇ। ਸੋ ਪ੍ਰਭੂ ਨੇ ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਕੀਤੀਆਂ ਤੇ ਉਸਨੇ ਕਿਹਾ ਕਿ ਇਹ ਕੰਮ ਮੇਰੀ ਕਲੀਸਿਆ ਦੇ ਵਿੱਚ ਨਹੀਂ ਹੋਏਗਾ। ਇਹ ਸਾਰੀ ਕੌਮ ਇਸ ਵੇਲੇ ਪ੍ਰਭੂ ਦੀ ਕਲੀਸਿਆ, ਇਹ ਕੰਮ ਮੇਰੀ ਕਲੀਸਿਆ ਦੇ ਵਿੱਚ ਨਹੀਂ ਹੋਏਗਾ। ਕੁਛ ਇੱਕ ਚੀਜ਼ਾਂ ਜਿਹੜੀਆਂ ਪ੍ਰਭੂ ਆਪਣੀਆਂ ਅੱਖਾਂ ਤੋਂ ਪਰੇ ਕਰ ਦਿੰਦਾ ਸੀ, ਪਰ ਇਹ ਉਹ ਸਮਾਂ ਆ ਜੋ ਜਿੱਤ ਦਾ ਸਮਾਂ। ਔਰ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਾਵਾਂਗੇ, ਏਦਾਂ ਦੇ ਕੰਮ ਅਸੀਂ ਉੱਥੇ ਵੀ ਹੁੰਦੇ ਦੇਖਾਂਗੇ। ਕਿਉਂਕਿ ਇਹ ਇਨਸਾਨ ਦੀ ਜਿਹੜੇ ਅੰਦਰ ਦਾ ਅੰਤ ਕਰਨਾ ਉਸ ਤੋਂ ਨਹੀਂ ਜਾ ਸਕਦੇ। ਹੁਣ ਇਹ ਨਗਰ ਜਿਹੜਾ ਇਹ ਢਾ ਦਿੱਤਾ ਗਿਆ ਔਰ ਉੱਥੇ ਪ੍ਰਭੂ ਨੇ ਕਿਹਾ ਕਿ ਇਹ ਮੁੜ ਕੇ ਨਹੀਂ ਬਸੇਗਾ। ਸੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹਿੱਸਾ ਯਰੀਹੋ ਨਗਰ ਦਾ ਦਿਖਾਉਣਾ, ਆਪਣੇ ਕੋਲ 5-7 ਮਿੰਟ। ਅੱਜ ਵੀ ਜਿਹੜਾ ਜੈਰੀਕੋ ਸ਼ਹਿਰ ਆ ਉਹ ਆਲੇ ਦੁਆਲੇ ਵਸਿਆ ਆ ਔਰ ਉਹ ਜਗ੍ਹਾ ਹਾਲੇ ਵੀ ਨਹੀਂ ਬਸੀ, ਉਹ ਜਗ੍ਹਾ ਹਾਲੇ ਵੀ ਉਦਾਂ ਹੀ ਖਾਲੀ। ਸੋ ਲੈਟ ਅਸ ਗੋ ਦੇयर। ਮੈਨੂੰ ਸਟਾਪ ਕਰਨਾ ਪੈਣਾ ਕਿਉਂਕਿ